अस्सलाम वालेकुम, नमस्ते, सत श्री अकाल। मैं ਤੁਹਾਡੀ ਦੋਸਤ ਤੇ ਹੋਸਟ ਸ਼ਗੁਫਤਾ ਗਿੰਨੀ ਅੱਜ ਲਿਖਤ ਤੇ ਲਿਖਾਰੀ ਦਾ ਇੱਕ ਹੋਰ ਸ਼ੋਅ ਲੈ ਕੇ ਆਈ ਹਾਂ। ਤੁਹਾਨੂੰ ਪਤਾ ਹੈ ਕਿ ਪੰਜਾਬੀ ਬੈਠਕ ਵੀ ਮੇਰੇ ਮਨ ਦੇ ਬਹੁਤ ਕਰੀਬ ਸੀ ਔਰ ਅਸੀਂ ਪੰਜਾਬੀ ਬੈਠਕ ਚ ਤਕਰੀਬਨ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਔਰ ਡਾਇਸਪੋਰਾ ਤੋਂ ਤਕਰੀਬਨ ਬਹੁਤ ਸਾਰੇ ਮਤਲਬ ਆਲਮੋਸਟ ਅਗਰ ਮੈਂ ਕਹਾਂ ਕਿ ਮੈਂ 98% ਲੋਕਾਂ ਦੇ ਇੰਟਰਵਿਊ ਕਰ ਲਿਆ ਔਰ ਮਕਸਦ ਇਹੀ ਸੀ ਕਿ ਗਿਮੀ ਟੀਵੀ ਯੂਕੇ ਜਿਹੜਾ ਵੈ ਇੱਕ ਇਤਿਹਾਸ ਬਣਾ ਰਿਹਾ ਵੈ ਤਾਂ ਕਿ ਸਾਡੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜੇ ਵੱਡੇ ਵੱਡੇ ਨਾਂ ਸਾਡੇ ਪੰਜਾਬੀ ਲੇਖਕਾਂ ਦੇ, ਪੰਜਾਬੀ ਸੇਵਕਾਂ ਦੇ, ਪੰਜਾਬੀ ਸ਼ਾਇਰ ਅਦੀਬ ਜਿੱਥੇ ਜਿੱਥੇ ਪੂਰੀ ਦੁਨੀਆ 'ਚ ਹੈ ਉਹਨਾਂ ਦਾ ਇੱਕ ਰਿਕਾਰਡ ਸਾਡੇ ਕੋਲ ਜਮ੍ਹਾਂ ਹੋ ਜਾਏ ਗਿਮੀ ਟੀਵੀ ਯੂਕੇ ਦੀ ਇਸ ਪੂਰੇ ਚੈਨਲ ਉੱਤੇ। ਪਰ ਫਿਰ ਵੀ ਸਾਡੇ ਕੋਲ ਕੁਝ ਲੋਕ ਐਸੇ ਰਹਿ ਗਏ ਜਿਨ੍ਹਾਂ ਉੱਤੇ ਗੱਲ ਕਰਨੀ, ਜਿਨ੍ਹਾਂ ਦੀਆਂ ਲੇਖਕਾਂ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਸੀ। ਤੇ ਫਿਰ ਅਸੀਂ ਇੱਕ ਪੰਜਾਬੀ ਬੈਠਕ ਤੋਂ ਇੱਕ ਸਟੈਪ ਹੋਰ ਉੱਤੇ ਆਏ ਤੇ ਅਸੀਂ ਲਿਖਤ ਤੇ ਲਿਖਾਰੀ ਸ਼ੁਰੂ ਕਰ ਦਿੱਤਾ ਕਿਉਂਕਿ ਕਿਤਾਬ ਪੜ੍ਹਨਾ ਔਰ ਉਹ ਕਰਨਾ ਬਹੁਤ ਜ਼ਰੂਰੀ ਹੈ। ਲੇਕਿਨ ਲਿਖਤ ਤੇ ਲਿਖਾਰੀ ਦੇ ਵਿੱਚ ਫਿਰ ਸਾਡੇ ਉਹ ਲੋਕ ਜਿਨ੍ਹਾਂ ਦਾ ਅਸੀਂ ਜਰਨੀ ਇੱਕ ਸਾਹਿਤਾ ਦਾ ਜਰਨੀ ਜਿਹੜਾ ਇੱਕ ਅਦਬ ਦਾ ਜਰਨੀ ਉਸ ਤਰ੍ਹਾਂ ਨਹੀਂ ਕਰ ਸਕੇ ਤੇ ਉਹਨਾਂ ਦੀਆਂ ਕਿਤਾਬਾਂ ਵੀ ਆਉਣ ਲੱਗ ਪਈਆਂ ਤੇ ਅਸੀਂ ਸੋਚਿਆ ਕਿ ਅਸੀਂ ਲਿਖਤ ਤੇ ਲਿਖਾਰੀ 'ਚ ਉਹਨਾਂ ਨੂੰ ਲੈ ਕੇ ਆਈਏ। ਤੇ ਅੱਜ ਵੀ ਸਾਡੇ ਕੋਲ ਲਿਖਤ ਤੇ ਲਿਖਾਰੀ ਦੇ ਵਿੱਚ ਪਹਿਲੇ ਤਾਂ ਤੁਹਾਨੂੰ ਮੈਂ ਕਿਤਾਬ ਦਿਖਾ ਦੇਵਾਂ ਜਨਾਬ। ਇਹ ਵਾਲੀ ਕਿਤਾਬ ਹੈ ਜਿਹੜੀ ਕਿ ਅੱਜ ਸਾਡੀ ਲਿਖਤ ਹੈ ਔਰ ਇਹ ਕਿਤਾਬ ਹੈ ਬਹੀ ਖਾਤਾ ਔਰ ਕਿਤਾਬ ਜਿਹੜੀ ਹੈ ਜਨਾਬ ਉਹ ਉਹਨਾਂ ਦੀ ਇਹ ਹੱਡ ਬੀਤੀ ਹੈ। ਲਿਖਣ ਵਾਲੀਆਂ ਡਾਕਟਰ ਦਵਿੰਦਰ ਕੌਰ ਨੇ, ਉਲੱਥਾ ਇਹਦਾ ਮੁਹੰਮਦ ਆਸਿਫ ਰਜ਼ਾ ਨੇ ਕੀਤਾ ਹੈ ਔਰ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਨੇ। ਔਰ ਤੁਸੀਂ ਇਹ ਵੀ ਮੈਂ ਤੁਹਾਨੂੰ ਦੱਸਦੀ ਜਾਵਾਂ ਕਿ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਪੰਜਾਬ ਹਾਊਸ ਲਾਹੌਰ ਔਰ ਪੰਜਾਬ ਹਾਊਸ ਦੇ ਜਿਹੜੇ ਰੂਹੇ ਰਵਾਂ ਜਿਹੜੇ ਨੇ ਉਹ ਮੁਦੱਸਰ ਭੱਟ ਸਾਹਿਬ ਨੇ ਜਿਹੜੇ ਮੇਰੇ ਪਿਓਾਂ ਵਗਰੇ ਮੇਰੇ ਵੱਡਕੇ ਨੇ ਔਰ ਬਹੁਤ ਪੰਜਾਬ ਦੇ ਵਿੱਚ ਲੈਂਦੇ ਪੰਜਾਬ 'ਚ ਪੰਜਾਬੀ ਦਾ ਕੰਮ ਕਰ ਰਹੇ। ਇਹ ਤੇ ਹੋ ਗਈ ਸਾਡੀ ਅੱਜ ਦੀ ਲਿਖਤ ਦੀ ਗੱਲ। ਲੇਕਿਨ ਸਾਡੇ ਨਾਲ ਲਿਖਾਰੀ ਤੇ ਜਿਹੜੀਆਂ ਹੈ ਸੋ ਹੈ ਹੀ ਹੈ ਉਹਨਾਂ ਦਾ ਮੈਂ ਤੁਹਾਨੂੰ ਤਾਰਫ ਕਰਵਾਨੀ ਹੈ। ਉਹਨਾਂ ਦਾ ਜਨਾਬ ਡਾਕਟਰ ਦਵਿੰਦਰ ਕੌਰ ਨੇ ਇਹ ਜਿਹੜੀ ਬਹੀ ਖਾਤਾ ਤੇ ਲਿਖਿਆ ਲੇਕਿਨ ਉਹਨਾਂ ਨੇ ਆਪਣੇ ਸਾਹਿਤ ਦੇ ਵਿੱਚ ਆਲੋਚਨਾ ਦਾ ਕੰਮ ਕੀਤਾ। PhD ਨੇ ਪੰਜਾਬੀ ਵਿੱਚ, ਅੰਗਰੇਜ਼ੀ 'ਚ ਵੀ MA ਕੀਤਾ। ਇੰਨੀ ਕੁ ਪੜ੍ਹਾਈ ਕੀਤੀ ਹੈ ਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਆਪਣੀ ਇਸ ਕਿਤਾਬ ਵਿੱਚ ਵੀ ਲਿਖਿਆ ਕਿ ਉਹ 3 ਸਾਲ ਦੀਆਂ ਸੀ ਤੇ ਆਪਣੇ ਵੱਡਕਿਆਂ ਦੀ ਗੋਦੀ 'ਚ ਬਹਿ ਕੇ ਪਾਠ ਪੜ੍ਹਦੀਆਂ ਨੇ, ਸੁਣਦੀਆਂ ਹੁੰਦੀਆਂ ਸੀ। ਤੇ ਤੁਸੀਂ ਦੇਖੋ ਕਿ ਐਸੀ ਲਿਖਾਰੀ ਜਿਹੜੀਆਂ 3 ਸਾਲ ਦੇ ਵਿੱਚ ਪਾਠ ਨੂੰ ਆਪਣੀ ਰੂਹ ਦੇ ਵਿੱਚ ਔਰ ਕੰਨਾਂ 'ਚ ਪਾਉਂਦੀਆਂ ਹੋਣਗੀਆਂ, ਉਹਨਾਂ ਨੇ ਦੁਨੀਆ ਤੇ ਕੀ ਕੰਮ ਕੀਤਾ ਹੋਏਗਾ। ਥੋੜਾ ਜਿਹਾ ਮੈਂ ਦੱਸਦੀ ਹਾਂ ਫਿਰ ਅਸੀਂ ਗੱਲਬਾਤ ਸ਼ੁਰੂ ਕਰਾਂਗੀ। ਆਲੋਚਨਾ ਦਾ ਕੰਮ ਕੀਤਾ ਹੈ, ਕਵਿਤਾ ਦਾ ਕੰਮ ਕੀਤਾ ਹੈ, ਵਾਰਤਕ ਦਾ ਕੰਮ ਕੀਤਾ ਹੈ, ਸੋਏ ਜੁਇਨੀ ਦਾ ਕੰਮ ਕੀਤਾ ਵੈ, ਆਟੋਬਾਇਓਗ੍ਰਾਫੀ ਵਗੈਰਾ ਜਿਹਨੂੰ ਅਸੀਂ ਕਹਿੰਦੇ ਹਾਂ, ਸੰਪਾਦਕ ਕਾਰਜ ਦਾ ਕੰਮ ਕੀਤਾ ਹੈ, ਸੰਪਾਦਕ ਦਾ ਬੇਸ਼ੁਮਾਰ ਕੰਮ ਕੀਤੇ ਨੇ ਕਿ ਮੈਂ ਤੁਹਾਨੂੰ ਦੱਸਾਂ, ਮੈਂ ਤੁਹਾਨੂੰ ਇੱਕ ਨਜ਼ਰ ਨਾਲ ਇਹ ਵਿਖਾ ਦਿੰਦੀ ਹਾਂ। ਇਹ ਸਫ਼ਿਆਂ ਦੇ ਸਫ਼ੇ ਉਹਨਾਂ ਦੇ ਕੰਮ ਦੇ ਭਰੇ ਹੋਏ ਨੇ। ਅਸੀਂ ਨਾਲ ਗੱਲ ਕਰਾਂਗੇ ਤੇ ਸਭ ਤੋਂ ਪਹਿਲੇ ਕਹੀਏ ਜੀ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ। ਡਾਕਟਰ ਸਾਹਿਬਾ ਤੁਹਾਨੂੰ ਮੈਂ ਗਿਮੀ ਟੀਵੀ ਤੇ ਜੀ ਆਇਆਂ ਨੂੰ ਆਖਦੀ ਹਾਂ ਪੂਰੇ ਤਨ ਮਨ ਤੇ ਧਨ ਤੇ ਪਿਆਰ ਦੇ ਨਾਲ। ਸ਼ਗੁਫਤਾ ਜੀ ਤੇ ਡਾਕਟਰ ਗੁਰਤੇਜ ਜੀ ਤੁਹਾਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ। ਮੈਂ ਬੜੀ ਖੁਸ਼ੀ ਹੋਈ ਹੈ ਅੱਜ ਸ਼ਗੁਫਤਾ ਦੇ ਨਾਲ ਅੱਜ ਮਤਲਬ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਮੈਨੂੰ ਮੌਕਾ ਮਿਲਿਆ। ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ। ਥੈਂਕ ਯੂ ਡਾਕਟਰ ਸਾਹਿਬਾ। ਮੈਂ ਤੁਹਾਡੇ ਨਾਲ ਇੱਕ ਦੂਸਰੇ ਡਾਕਟਰ ਸਾਹਿਬ ਕਿਉਂਕਿ ਇਹਨਾਂ ਨੂੰ ਅਸੀਂ ਲਿਆ ਜਨਾਬ ਪਾਕਿਸਤਾਨ ਤੋਂ, ਲਹਿੰਦੇ ਪੰਜਾਬ ਤੋਂ ਔਰ ਇਹ ਸਾਡੇ ਨਾਲ ਅੱਜ ਐਜ਼ ਏ ਸਪੀਕਰ ਨੇ ਔਰ ਜਨਾਬ ਡਾਕਟਰ ਵਸੀਮ ਗਰਦੇਜ਼ੀ ਸਾਹਿਬ। ਡਾਕਟਰ ਸਾਹਿਬ ਨੂੰ ਵੀ ਮੈਂ ਗਿਮੀ ਟੀਵੀ ਯੂਕੇ ਤੇ ਔਰ ਅੱਜ ਦੇ ਲਿਖਤ ਤੇ ਲਿਖਾਰੀ ਤੇ ਜੀ ਆਇਆਂ ਨੂੰ ਆਖਨੀ ਆ। ਪਰ ਇਹਨਾਂ ਨਾਲ ਗੱਲ ਕਰਨ ਤੋਂ ਜ਼ਰਾ ਜਿਹਾ ਪਹਿਲੇ ਮੈਂ ਦੱਸਣਾ ਚਾਹ ਰਹੀ ਹਾਂ ਆਪਣੇ ਆਡੀਅנס ਨੂੰ ਕਿ ਡਾਕਟਰ ਸਾਹਿਬ ਅਸਿਸਟੈਂਟ ਪ੍ਰੋਫੈਸਰ ਨੇ, ਸਦਰ ਸ਼ੋਭਾ ਪੰਜਾਬੀ ਗਵਰਨਮੈਂਟ ਜ਼ਿੰਮੇਦਾਰ ਗ੍ਰੈਜੂਏਟ ਕਾਲਜ ਗੁਜਰਾਤ 'ਚ ਆਪਣੀਆਂ ਖਿਦਮਾਤ ਅੰਜਾਮ ਦੇ ਰਹੇ ਨੇ ਔਰ ਕਿਤਾਬਾਂ ਵੀ ਲਿਖ ਚੁੱਕੇ ਨੇ। ਇਹ ਖੁਦ ਬਹੁਤ ਵੱਡੇ ਲੇਖਕ ਨੇ ਔਰ ਇਹਨਾਂ ਦੀ ਇੱਕ ਕਿਤਾਬ ਹੀਰ ਵਾਰਿਸ ਸ਼ਾਹ ਦੇ ਕਿਰਦਾਰਾਂ ਦਾ ਨਫਸਿਆਤੀ ਜਾਇਜ਼ਾ
ਡਾਕਟਰ ਸਾਹਿਬ ਇਹ ਕਿਤਾਬ ਲੈ ਕੇ ਮੈਂ ਤੁਹਾਡੇ ਕੋਲ ਪੜਾਂਗੀ, ਕਿਉਂਕਿ ਵਾਰਿਸ ਸ਼ਾਹ ਦਾ ਬਹੁਤ ਸਾਰਾ ਕੰਮ ਹੋਇਆ, ਪਰ ਨਫਸਿਆਤੀ ਜਾਇਜ਼ਾ, ਕਿਉਂਕਿ ਮੈਂ ਇੱਥੇ ਆ ਕੇ ਸਾਈਕੋਲੋਜੀ ਪੜ੍ਹੀ ਹੈ ਤੇ ਇਹ ਮੇਰਾ ਆਪਣਾ ਸਬਜੈਕਟ ਹੈ। ਅੱਛਾ, ਦੂਸਰੀ ਕਿਤਾਬ ਇਹਨਾਂ ਦੀ ਰੰਗ ਰਸ ਹੈ, ਤੀਸਰੀ ਕਿਤਾਬ ਹੈ ਇਹਨਾਂ ਦੀ ਮਿੱਟੀ ਰੋਲੇ ਵਿਚਾਰ ਨੇ, ਔਰ ਚੌਥੀ ਕਿਤਾਬ ਇਹਨਾਂ ਦੀ ਪੰਜਾਬੀ ਗਜ਼ਲਾਂ ਦੀ ਆ ਰਹੀ ਹੈ। ਸਰ ਤੁਹਾਨੂੰ ਵੀ ਗਿਮੀ ਟੀਵੀ ਤੇ ਬਹੁਤ ਬਹੁਤ ਜੀ ਆਇਆਂ ਨੂੰ। ਔਰ ਮੈਂ ਸੁਣਿਆ ਕਿ ਤੁਸੀਂ ਤੇ ਜਨਾਬ ਇੱਕ ਐਸੇ ਸ਼ਖਸ ਹੋ ਜਿਨ੍ਹਾਂ ਨੇ ਡਾਕਟਰ ਦਵਿੰਦਰ ਕੌਰ ਦੀ ਇਹ ਬਹੀ ਖਾਤਾ ਕਿਤਾਬ ਲੈ ਕੇ ਖਰੀਦ ਕੇ स्टूडेंट्स से बेचा, और नहीं सॉरी बेचा नहीं मतलब वंडिया, और जनाब हाँ जी सॉरी मेरे लफ्ज तो क्योंकि हाँ जी, और तुसी वंडिया ही नहीं बल्कि जो मैं लियाना चाहती सा एज ए स्पीकर आसफ साहब ने, उन्होंने आख्या जी मेरे तो वध जे कोई डॉक्टर दविंदर दे ऐस किताब बही खाता बारे जानकारी रखता है ते ਉਹ ਇੱਕ ਬੰਦਾ ਵੈ ਗੁਜਰਾਤ ਚ ਰਹਿੰਦਾ, ਉਹਦਾ ਨਾਮ ਡਾਕਟਰ ਵਸੀਮ ਗੁਰਤੇਜੀ ਹੈ। ਇਹ ਬੜੀ ਵੱਡੀ ਗੱਲ ਹੈ ਡਾਕਟਰ ਸਾਹਿਬ, ਬੜੀ ਖੁਸ਼ੀ ਹੋਈ ਮੈਨੂੰ। ਆਸਫ ਦੀ ਮੁਹੱਬਤ ਹੈ, ਔਰ ਮੇਰੇ ਬਾਰੇ ਜੋ ਕੁਝ ਆਖਿਆ ਨੇ ਸਾਰੀਆਂ ਗੱਲਾਂ ਸਹੀ ਨਹੀਂ ਹੈ। ਅੱਛਾ ਚਲੋ, ਤੁਹਾਡੇ ਅਸੀਂ ਵਿਚਾਰ ਹੁਣੇ ਤੁਸੀਂ ਸਾਂਝੇ ਕਰੋਗੇ ਕਿਤਾਬ ਬਾਰੇ। ਮੈਂ ਚਾਹਾਂਗੀ ਡਾਕਟਰ ਦਵਿੰਦਰ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਆਖਿਆ ਕਿ ਇਹ ਜਿਹੜੀ ਕਿਤਾਬ ਹੈ ਇਹ ਤੁਹਾਡੀ ਹੱਡ ਬੀਤੀ ਜੀ, ਤੇ ਹੱਡ ਬੀਤੀ ਚ ਕਿੰਨੇ ਕੁ ਕੌੜੇ, ਕਿੰਨੇ ਕੁ ਸੁੱਚੇ, ਕਿੰਨੇ ਕੁ ਸੱਚੇ, ਕਿੰਨੇ ਕੁ ਜ਼ਖਮ ਝੇਲਣੇ ਪੈਂਦੇ ਨੇ ਇੱਕ ਲੇਖਕ ਨੂੰ, ਇੱਕ ਰਾਈਟਰ ਨੂੰ। ਕੀ ਇਹ ਉਹੀ ਸੱਚ ਤੇ ਕੌੜੇ ਕਸੈਲੇ ਦੁੱਖ ਸੁੱਖ ਤੇ ਕੰਡੇ ਨੇ ਜਿਹੜੇ ਮਰਦ ਨੂੰ ਵੀ ਫੇਸ ਕਰਨੇ ਪੈਂਦੇ ਨੇ? ਪਹਿਲੇ ਤੇ ਮੇਰੀ ਇਸ ਗੱਲ ਦਾ ਜਵਾਬ ਦੇ ਦਿਓ ਤੁਸੀਂ, ਫਿਰ ਅਸੀਂ ਅੱਗੇ ਚੱਲਾਂਗੇ। ਹਾਂਜੀ ਬਿਲਕੁਲ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਸਿਰਫ ਔਰਤ ਹੀ ਨਹੀਂ ਦੁੱਖ ਜਿਹੜੇ ਨੇ ਔਰ ਹਾਦਸੇ ਜਿਹੜੇ ਉਹਦੇ ਨਾਲ ਵਾਪਰਦੇ, ਮਰਦ ਦੇ ਨਾਲ ਵੀ ਓਨੀ ਸ਼ਿੱਦਤ ਦੇ ਨਾਲ ਹਾਦਸੇ ਜਿਹੜੇ ਨੇ ਉਹ ਵਾਪਰਦੇ ਨੇ। ਪਰ ਇਹ ਦੇਖਣਾ ਇਹ ਹੁੰਦਾ ਹੈ ਕਿ ਇਹ ਦੋਵੇਂ ਜਿਹੜੇ ਮਰਦ ਤੇ ਔਰਤ ਹਿਊਮਨ ਬੀਇੰਗ ਦੇ ਤੌਰ ਦੇ ਉੱਤੇ, ਇੱਕ ਇਨਸਾਨ ਦੇ ਤੌਰ ਦੇ ਉੱਤੇ ਇੱਕ ਦੂਸਰੇ ਦੇ ਨਾਲ ਜਦੋਂ ਰਿਸ਼ਤੇ ਵਿੱਚ ਬੱਝਦੇ ਨੇ ਤੇ ਉਹਨਾਂ ਦਾ ਜਿਹੜਾ ਵਿਹਾਰ ਹੈ ਜੀਣ ਦਾ, ਇੱਕ ਦੂਸਰੇ ਦੇ ਨਾਲ ਰਹਿਣ ਦਾ, ਉਹ ਵਿਹਾਰ ਕਿਹੋ ਜਿਹਾ ਹੈ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਮਰਦ ਹੋਵੇ ਜਾਂ ਔਰਤ ਹੋਵੇ। ਪਰ ਮੈਂ ਕਿਉਂਕਿ ਖੁਦ ਇੱਕ ਔਰਤ ਹਾਂ ਔਰ ਇਹ ਸਵੈ ਜੀਵਨੀ ਮੈਂ ਲਿਖੀ ਹੈ, ਕੋਈ ਨਾਵਲ ਨਹੀਂ ਲਿਖਿਆ, ਤੇ ਇਸ ਕਰਕੇ ਮੇਰੀ ਹੱਡ ਬੀਤੀ ਹੈ। ਔਰ ਜਿਹੜੀਆਂ ਗੱਲਾਂ ਜਿਸ ਤਰ੍ਹਾਂ ਮੈਂ ਹੰਡਾਈਆਂ ਔਰ ਜਿਸ ਤਰ੍ਹਾਂ ਮੈਂ ਉਹਨੂੰ ਮਹਿਸੂਸ ਕੀਤਾ, ਹੋ ਸਕਦਾ ਹੈ ਕਿ ਇਹ ਮੇਰਾ ਵਨ ਸਾਈਡਡ ਜਿਹੜੀ ਫੀਲਿੰਗ ਹੈ ਉਹ ਵੀ ਹੋ ਸਕਦੀ ਹੈ, ਤੁਸੀਂ ਕਹਿ ਸਕਦੇ ਹੋ, ਪਰ ਮੈਂ ਕਿਉਂਕਿ ਇੱਕ ਔਰਤ ਹੋਣ ਦੇ ਨਾਤੇ ਜੋ ਕੁਝ ਹੰਡਾਇਆ ਮੈਂ ਉਸੇ ਨੂੰ ਹੀ ਪੇਸ਼ ਕੀਤਾ, ਐਜ਼ ਇਟ ਇਜ਼ ਕੀਤਾ, ਜਿਸ ਤਰ੍ਹਾਂ, ਕਿਉਂਕਿ ਮੈਂ ਪੜ੍ਹਿਆ ਹੈ ਇਹ ਤੁਹਾਡੀ ਐਜ਼ ਇਟ ਇਜ਼, ਇਹਦੇ ਵਿੱਚ ਕੋਈ ਬਣਾਵਟ ਨਹੀਂ ਹੈ। ਡਾਕਟਰ ਸਾਹਿਬ ਇੱਕ ਤੁਸੀਂ ਇਹਦੇ ਵਿੱਚ ਕੁਝ ਲੋਕਾਂ ਦਾ ਬਹੁਤ ਸੋਹਣਾ ਜ਼ਿਕਰ ਵੀ ਕੀਤਾ ਕਿ ਤੁਹਾਡਾ ਜਿਸ ਵੇਲੇ ਸ਼ਾਇਰੀ ਵੱਲ, ਨਜ਼ਮ ਲਿਖਣ ਵੱਲ ਜਦੋਂ ਧਿਆਨ ਗਿਆ, ਉਹ ਤੁਹਾਡੇ ਕੋਰਸ ਦੀਆਂ ਕਿਤਾਬਾਂ ਦੇ ਵਿੱਚ ਸੀ, ਜਿਹਦੇ ਵਿੱਚ ਤੇਜਾ ਸਿੰਘ ਸਾਬਰ ਸੀ, ਬਸ਼ਮੇਰ ਸਾਕੀ ਸੀ, ਬਲਵੰਤ ਸਿੰਘ ਸੀ, ਏਸ਼ਰ ਸਿੰਘ ਜੀ ਸੀ, ਔਰ ਹਜ਼ਾਰਾ ਸਿੰਘ, ਔਰ ਉਹਦੇ ਬਾਅਦ ਫਿਰੋਜ਼ਦੀਨ ਸ਼ਰਫ ਜੀ, ਚੰਦ ਸਿੰਘ ਸ਼ਹੀਦ ਵਗੈਰਾ ਸੀ। ਤੁਸੀਂ ਸਮਝਦੇ ਹੋ ਕਿ ਇਹਨਾਂ ਨਜ਼ਮਾਂ ਨੇ ਜਦੋਂ ਤੁਸੀਂ ਸਕੂਲ ਕਾਲਜ ਚ ਪੜ੍ਹਦੇ ਸੀ ਉਹਦਾ ਵੀ ਅਸਰ ਪਾਇਆ ਤੁਹਾਡੀ ਕ੍ਰੀਏਟਿਵ ਜਰਨੀ ਦੇ ਵਿੱਚ? ਬਿਲਕੁਲ ਬਿਲਕੁਲ, ਇਹ ਮੇਰੇ ਸਕੂਲ ਦੇ ਦੌਰਾਨ ਜਿਹੜੇ ਤੁਸੀਂ ਨਾਮ ਲਏ ਨੇ ਸਕੂਲ ਦੇ ਦੌਰਾਨ ਨੇ, ਤੇ ਜਦੋਂ ਮੈਂ ਫਿਰ ਅੱਗੇ ਹਾਇਰ ਉਹਦੇ ਚ ਸਟੱਡੀਜ਼ ਵਿੱਚ ਚਲੀ, BA ਦੇ ਵਿੱਚ ਜਾ ਕੇ ਫਿਰ ਮੇਰਾ ਜਿਹੜਾ ਵਾਹ ਪਿਆ ਅਮਰਤਾ ਪ੍ਰੀਤਮ ਵਰਗੇ ਰਾਈਟਰਸ ਨੇ, ਸ਼ਿਵ ਕੁਮਾਰ ਨਾਲ, ਮੋਹਨ ਸਿੰਘ ਦੇ ਨਾਲ, ਡਾਕਟਰ ਹਰਭਜਨ ਸਿੰਘ, ਤਾਰਾ ਸਿੰਘ ਕਾਮਲ, ਇਹ ਜਿਹੜੇ ਸੀ ਪੋਇਟ, ਮੇਰਾ ਉਹਨਾਂ ਦੇ ਨਾਲ ਫਿਰ ਵਾਹ ਪਿਆ। ਔਰ ਕੁਦਰਤ ਵੱਲੋਂ ਮੈਨੂੰ ਇੱਕ ਐਸੀ ਬਖਸ਼ਿਸ਼ ਸੀ ਕਿ ਮੈਨੂੰ ਜਿਹੜੀ ਰਿਦਮਿਕ ਪੋਇਟਰੀ ਯਾਦ ਹੋ ਜਾਂਦੀ ਸੀ, ਤੇ ਇਹਨਾਂ ਦੇ ਮੈਂ ਗੀਤ, ਮੋਹਨ ਸਿੰਘ ਦੇ ਗੀਤ ਮੈਂ ਗਾਉਂਦੀ ਹਾਂ, ਅਮ੍ਰਿਤਾ ਪ੍ਰੀਤਮ ਦੇ ਔਰ ਡਾਕਟਰ ਹਰਭਜਨ ਸਿੰਘ, ਸ਼ਿਵ ਕੁਮਾਰ ਦੇ ਤੇ ਮੈਂ ਅਕਸਰ ਹੀ ਮਹਿਫਲਾਂ ਦੇ ਵਿੱਚ ਗਾ ਕੇ ਸੁਣਾਇਆ ਕਰਦੀ ਸੀ। ਤਾਂ ਨੈਚੁਰਲੀ ਇਹਨਾਂ ਦੀ ਜਿਹੜੀ ਪੋਇਟਰੀ ਹੈ ਉਹਨਾਂ ਨੇ ਮੇਰੀ ਜ਼ਿੰਦਗੀ ਦੇ ਉੱਤੇ ਮੈਨੂੰ ਸਮਝਣ ਦੇ ਵਿੱਚ, ਮਹਿਸੂਸ ਕਰਨ 'ਚ, ਕਿਵੇਂ ਤੁਸੀਂ ਐਕਸਪ੍ਰੈਸ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ। ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਤੇ ਸਾਡੀ ਗੱਲਬਾਤ ਚੱਲਦੀ ਰਹੇਗੀ, ਮੈਂ ਆਨੀ ਹਾਂ ਜ਼ਰਾ ਡਾਕਟਰ ਵਸੀਮ ਗੁਰਤੇਜੀ ਵਾਲੇ ਪਾਸੇ। ਸਰ ਤੁਸੀਂ ਇਹ ਦੱਸੋ ਕਿ
ਤੁਸੀਂ ਕਿਤਾਬ ਨੂੰ ਪੜ੍ਹਿਆ, ਕਿਤਾਬ ਨੂੰ ਵੰਡਿਆ ਵੀ, ਉਹਦੇ ਬਾਅਦ ਤੁਹਾਡਾ ਇੱਕ, ਜਿਸ ਤਰ੍ਹਾਂ ਤੁਸੀਂ ਆਫ ਦਾ ਰਿਕਾਰਡ ਹੁਣੇ ਦੱਸ ਰਹੇ ਸੀ ਕਿ ਤੁਹਾਡੀ ਖਾਹਿਸ਼ ਸੀ ਕਿ ਤੁਹਾਨੂੰ ਕੋਈ ਤਸਵੀਰ ਮਿਲੇ ਤੇ ਤੁਸੀਂ ਡਾਕਟਰ ਕੌਰ ਨੂੰ ਮਿਲੋ ਔਰ ਇਸ ਤਰ੍ਹਾਂ ਕਰਕੇ। ਤੇ ਚਲੋ ਇਹ ਸਾਡੀ ਗਿੰਮੀ ਟੀਵੀ ਦੀ ਖੁਸ਼ਨਸੀਬੀ ਕਿ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਰੇ ਲੋਕਾਂ ਨੂੰ ਜਨਾਬ ਇੰਜ ਮਿਲਾਉਂਦੇ ਆ, ਇੱਕ ਕਰ ਦਿੰਦੇ ਆ ਅਸੀਂ, ਹੈ ਨਾ। ਤੇ ਕੀ ਪਾਇਆ ਇਸ ਕਿਤਾਬ ਨੂੰ, ਕਿਵੇਂ ਮੈਂ ਪਾਇਆ? ਸਾਰਿਆਂ ਤੋਂ ਪਹਿਲਾਂ ਤੇ ਗਿੰਮੀ ਟੀਵੀ ਦਾ ਬਹੁਤ ਬਹੁਤ ਦਿਲੋਂ ਸ਼ੁਕਰਗੁਜ਼ਾਰ ਕਿ ਮੇਰੀ ਇੱਕ ਉਹ ਖਾਹਿਸ਼ ਜਿਹੜੀ ਕਿ ਉਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੀ, ਮੇਰਾ ਦਿਲ ਕਰਦਾ ਸੀ ਮੈਂ ਉਹਨਾਂ ਨੂੰ ਵੇਖਾਂ, ਮਿਲਾਂ। ਫਿਰ ਇੱਕ ਮੇਰੇ ਦੋਸਤ ਨੇ, ਉਹ ਵੀ ਇਹਨਾਂ ਦੇ ਜਾਣਨ ਵਾਲੇ ਨੇ, ਆਪਣੇ ਤੋਕੀਰ ਚੁਗਤਾਈ ਸਾਹਿਬ ਜੀ ਜੀ, ਮੈਂ ਉਹਨਾਂ ਨੂੰ ਵੀ ਕਿਹਾ ਕਿ ਮੈਂ ਆਖਿਆ ਡਾਕਟਰ ਸਾਹਿਬਾ ਦੀ ਅਗਰ ਕੋਈ ਤਸਵੀਰ ਮੈਂ ਵੇਖ ਸਕਾਂ ਤੇ ਮੈਨੂੰ ਬੜਾ ਅੱਛਾ ਲੱਗੇਗਾ, ਮੇਰੀ ਇਹ ਬੜੀ ਖਾਹਿਸ਼ ਹੈ। ਲੇਕਿਨ ਸ਼ਾਇਦ ਉਹਨਾਂ ਦੇ ਕੋਲ ਵੀ ਨਹੀਂ ਸੀ ਹੈ ਤੇ ਉਹਨਾਂ ਵੱਲੋਂ ਜਵਾਬ ਕੋਈ ਨਹੀਂ ਆਇਆ। ਔਰ ਇਹ ਕਿਉਂ ਇਹ ਖਾਹਿਸ਼ ਬਣੀ, ਇਹ ਬਈ ਖਾਤਾ ਪੜਨ ਦੀ ਵਜ੍ਹਾ ਤੋਂ ਬਣੀ। ਬਈ ਖਾਤਾ ਮੈਨੂੰ ਮਤਲਬ ਅਸੀਂ ਮੇਰਾ ਖਿਆਲ ਆਖਰੀ ਪੀੜ੍ਹੀ ਹੈ ਜਿਹੜੇ ਕਿਤਾਬ ਨਾਲ ਜੁੜੇ ਆ, ਨਵੀਂ ਨਸਲ ਜਿਹੜੀ ਉਹ ਕਿਤਾਬ ਤੋਂ ਕਾਫੀ ਦੂਰ ਹਟ ਗਈ। ਸਹੀ। ਤੇ ਉਹਦੇ ਵਿੱਚ ਸਾਨੂੰ ਜਿਹੜੀਆਂ ਪੜ੍ਹਨ ਨੂੰ ਕਿਤਾਬਾਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਬੇਸ਼ੁਮਾਰ ਮਤਲਬ ਸਾਡੇ ਜਿਹੜੇ ਫਿਲਾਸਫਰਜ਼ ਨੇ ਜਾਂ ਥਿੰਕਰਜ਼ ਨੇ, ਉਹਨਾਂ ਨੇ ਕਿਤਾਬਾਂ ਦੀਆਂ ਕਈ ਸ਼ਕਲਾਂ ਦੱਸੀਆਂ ਨੇ ਕਿ ਕੁਝ ਕਿਤਾਬਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਕੁਝ ਚਿਊਏਬਲ ਹੁੰਦੀਆਂ ਨੇ, ਕੁਝ ਜਿਹੜੀਆਂ ਨੇ ਤੁਹਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ। ਤੇ ਇਹ ਅਸੀਂ ਜਿਹੜੇ ਆਪਣੇ ਕਾਲਜ ਦੇ ਦੋਸਤ ਆ, ਅਸੀਂ ਬੈਠ ਕੇ ਗਰੁੱਪ ਜਿਹੜਾ ਸਾਡਾ, ਉਹਦੇ ਵਿੱਚ ਅਸੀਂ ਡਿਸਕਸ ਕਰ ਲਿਆ ਕਿ ਬਈ ਫਲਾਂ ਕਿਤਾਬ ਕਿਸ ਤਰ੍ਹਾਂ ਦੀ। ਉਹਦੇ ਵਿੱਚ ਇਹ ਹੋਇਆ ਤੈਅ ਕਿ ਮੈਂ ਇੱਕ ਕਿਤਾਬ ਦੇ ਬਾਰੇ ਕਿਹਾ ਕਿ ਬਈ ਉਹ ਕਿਤਾਬ ਜਿਹੜੀ ਹੈ ਨਾ, ਉਹ ਤੇ ਇੱਕ ਪੀਣ ਵਾਲੇ ਦੇ ਵਾਸਤੇ ਐਸੀ ਬੋਤਲ ਹੈ ਜਿਹੜੀ ਉਹਨੂੰ ਬਹੁਤ ਮਜ਼ਾ ਦਿੰਦੀ ਹੈ, ਤੇ ਫਿਰ ਉਹ ਸਾਰੀ ਬੋਤਲ ਨਹੀਂ ਪੀਂਦਾ ਬਲਕਿ ਲੁਕਾ ਕੇ ਰੱਖ ਲੈਂਦਾ, ਫਿਰ ਉਹ ਆਂਦਾ ਮੈਂ ਕਦੀ ਕਦੀ ਪੀਣੀ ਹੈ। ਇਹਦਾ ਸਵਾਦ ਬੜਾ। ਤੇ ਯਕੀਨ ਕਰੋ ਇਹ ਬਈ ਖਾਤਾ ਜਿਹੜੀ ਹੈ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਉਹ ਚੰਦ ਕਿਤਾਬਾਂ ਨੇ ਜਿਨ੍ਹਾਂ ਨੂੰ ਮੈਂ ਖਾਸ ਰੈਕ ਦੇ ਵਿੱਚ ਰੱਖਿਆ ਹੋਇਆ ਕਿ ਜਦੋਂ ਮੇਰਾ ਦਿਲ ਕਰੇ ਨਾ ਅੱਛੇ ਮੂਡ ਦੇ ਵਿੱਚ ਮੈਂ ਹੋਵਾਂ ਤੇ ਮੇਰਾ ਦਿਲ ਕਰੇ ਇੰਜੋਏ ਕਰਨ ਨੂੰ, ਤੇ ਮੈਂ ਉਹਨਾਂ ਕਿਤਾਬਾਂ ਦੇ ਵਿੱਚੋਂ ਕੋਈ ਕਿਤਾਬ ਪੜ੍ਹਨਾ। ਇਹ ਬਈ ਖਾਤਾ ਜਿਹੜੀ ਉਹਨਾਂ 4-5 ਕਿਤਾਬਾਂ ਦੇ ਵਿੱਚੋਂ ਇੱਕ ਕਿਤਾਬ। ਅੱਛਾ ਡਾਕਟਰ ਸਾਹਿਬ, ਜੀ ਜੀ ਸੌਰੀ ਤੁਸੀਂ ਕੈਰੀ ਔਨ ਕਰੋ, ਫਿਰ ਮੈਂ ਤੁਹਾਡੇ ਕੋਲ ਸਵਾਲ। ਡਾਕਟਰ ਸਾਹਿਬ ਜੀ ਜੀ ਅੱਛਾ, ਮੈਂ ਜਾਨਣਾ ਇਹ ਚਾਹਨੀ ਹਾਂ ਕਿ ਤੁਸੀਂ ਤੇ ਮਰਦ ਹੋ, ਠੀਕ ਹੈ, ਔਰ ਕਿਤਾਬ ਜਿਹੜੀ ਆ ਇੱਕ ਮਤਲਬ ਡਾਕਟਰ ਦਵਿੰਦਰ ਨੇ ਲਿਖਿਆ ਇੱਕ ਔਰਤ ਦੀ ਉਹ ਕਹਾਣੀ ਹੈ, ਉਹਦਾ ਸਫ਼ਰ ਹੈ, ਛੋਟੇ ਹੁੰਦਿਆਂ ਤੋਂ ਲੈ ਕੇ ਕਿਸ ਤਰ੍ਹਾਂ ਉਹਦੀ ਇੱਕ ਸਟਰਗਲ ਹੈ। ਇੱਕ ਐਸੀ ਸਕੂਲ ਵਾਲੀ ਬੱਚੀ, ਉਹਨੂੰ ਪੜ੍ਹਨ ਦਾ ਸ਼ੌਕ ਹੈ ਔਰ ਕਿਹੜੀ ਕਿਹੜੀ ਮੰਜ਼ਲਾਂ 'ਚ ਉਹ ਚੱਲਦੀ ਹੈ ਔਰ ਕਿੱਥੇ ਉਹ ਮਾਸ਼ਾਅੱਲਾ PhD ਤੱਕ ਜਾਂਦੀ ਹੈ, ਫਿਰ ਉਹਦੀ ਆਪਣੀ ਇੱਕ ਘਰੇਲੂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ, ਉਹਦੇ ਵਿੱਚ ਜਿਹੜੀ ਉਹਦੀ ਸਟਰਗਲ ਹੈ ਇੱਕ ਕ੍ਰੀਏਟਿਵ ਇੰਡੀਵਿਜੂਅਲ ਦੀ। ਤੇ ਤੁਹਾਨੂੰ ਤੇ ਪ੍ਰਿਵਿਲੇਜ ਨਹੀਂ ਹੈ ਮਰਦਾਂ ਨੂੰ, ਮੇਰੀ ਗੱਲ ਬੁਰੀ ਲੱਗੇ ਤੇ ਮਾਫ ਕਰ ਦੇਣਾ। ਨਹੀਂ ਕੋਈ ਬਿਲਕੁਲ ਵੀ ਨਹੀਂ ਬੁਰੀ ਲੱਗੇਗੀ, ਬਲਕਿ ਇਹਦੇ ਵਿੱਚ ਜਿਹੜਾ ਮੈਂ ਜਿਸ ਔਰਤ ਦਾ ਰੂਪ ਵੇਖਿਆ ਨਾ ਬਈ ਖਾਤਾ ਦੇ ਵਿੱਚ, ਯਕੀਨ ਕਰੋ ਕਿ ਉਹ ਮਤਲਬ ਪੰਜਾਬ ਦੀ ਔਰਤ ਦਾ ਆਈਡੀਅਲ ਰੂਪ ਹੈ। ਵਾਹ। ਕਿ ਜਿਹਦੇ ਵਿੱਚ ਮਤਲਬ ਦੋ ਉਹਦੇ ਹਵਾਲੇ ਨੇ। ਪਹਿਲਾ ਕਿ ਜਿਹੜੀ ਆਪਣੇ ਘਰ ਨੂੰ ਬਚਾਉਣ ਜਾਂ ਚਲਾਉਣ ਵਾਸਤੇ ਉਹ ਵੱਡੀਆਂ ਕੁਰਬਾਨੀਆਂ ਦੇ ਦਿੰਦੀ ਹੈ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਕਹਾਣੀਆਂ ਦੇ ਵਿੱਚ ਗੱਲ ਸੁਣ ਸਕਦੇ ਹੋ ਨਾ। ਮੈਂ ਯਕੀਨ ਕਰੋ ਇਸ ਕਿਤਾਬ ਨੂੰ ਇੰਝ ਲੱਗਦਾ ਸੀ ਨਾ ਜਿਵੇਂ ਮੈਂ ਔਰਤ ਹਾਂ ਔਰ ਉਹ ਸਾਰੇ ਦੁੱਖ ਮੇਰੇ ਅੰਦਰੋਂ ਨਿਕਲਦੇ ਮਤਲਬ ਵੜਦੇ ਤੇ ਨਿਕਲਦੇ ਸੀ। ਔਰ ਉਸ ਕਿਤਾਬ ਨੂੰ ਮੈਂ ਜਿੰਨੀ ਵਾਰੀ ਮਤਲਬ ਕਿਸ਼ਤਾਂ 'ਚ ਮੈਂ ਪੜ੍ਹਿਆ, ਮੈਂ ਸਾਰੀ ਪੜ੍ਹਨ ਦਾ ਮੇਰੇ ਵਿੱਚ ਹੌਸਲਾ ਹੀ ਨਹੀਂ ਸੀ ਹੈ। ਔਰ ਮੈਂ ਫਿਰ ਉਹਨੂੰ ਥੋੜਾ ਥੋੜਾ ਕਰਕੇ ਪੜ੍ਹਿਆ ਔਰ ਇਹਨਾਂ ਦੇ ਉਹ ਸਾਰੇ ਦੁੱਖ ਮੈਂ ਬਿਲਕੁਲ ਆਪਣੇ ਅੰਦਰ ਮਹਿਸੂਸ ਕੀਤੇ ਨੇ ਕਿ ਜਿਹੜੀ ਪੰਜਾਬ ਦੀ ਇੱਕ ਰਵਾਇਤੀ ਔਰਤ ਦਾ ਤਸੱਵਰ ਹੈ ਔਰ ਜੋ ਕੁਛ ਉਹ ਸਹਿੰਦੀ ਹੈ ਔਰ ਜਿੰਨਾ ਕੁਛ ਸਹਿੰਦੀ ਹੈ। ਔਰ ਮੇਰੇ ਕੋਲ ਜੇ ਅਗਰ ਕੋਈ ਇਸ ਹਵਾਲੇ ਨਾਲ ਮੈਨੂੰ ਮੈਂ ਇਸ ਪੋਜੀਸ਼ਨ 'ਚ ਹੋਵਾਂ ਨਾ ਕਿ ਕੋਈ ਅਵਾਰਡ ਹੋਏ ਬਈ ਜਿਸ ਔਰਤ ਨੇ ਸਭ ਤੋਂ ਜ਼ਿਆਦਾ ਸਹਿਆ ਔਰ ਸਭ ਤੋਂ ਜ਼ਿਆਦਾ ਫੇਸ ਕੀਤੇ ਨੇ ਉਹ ਦੁੱਖ ਜਿਹੜੇ ਉਹਦੇ ਵਾਸਤੇ ਨਹੀਂ ਸਨ ਬਣੇ, ਤੇ ਉਹ ਸਾਰਿਆਂ ਤੋਂ ਵੱਡਾ ਅਵਾਰਡ ਮੈਂ ਦਵਿੰਦਰ ਕੌਰ ਜੀ ਨੂੰ ਦਿਆਂ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਉਹ ਗੱਲਾਂ ਕੀਤੀਆਂ ਨੇ। ਯਕੀਨ ਕਰੋ ਮੇਰੇ ਉਹ ਅੰਦਰੋਂ ਦੀ ਲੰਘਦੀ ਸੀ ਉਹ ਕਿਤਾਬ, ਮੈਂ ਜਦੋਂ ਵੀ ਪੜ੍ਹੀ ਹੈ ਨਾ ਉਹ ਮੇਰੇ ਵਿੱਚੋਂ ਦੀ ਲੰਘਦੀ ਸੀ। ਤੇ ਉਹ ਫਿਰ ਜਿਸ ਵੇਲੇ ਮੈਂ ਉਹ ਪੜ੍ਹੀ ਤੇ ਮੈਂ ਕਿਹਾ ਇਹ ਜੇ ਮੈਂ ਤੇ ਪੜ੍ਹ ਲਈ, ਲੇਕਿਨ ਇਹ ਕਿਤਾਬ ਐਸੀ ਨਹੀਂ ਕਿ ਮੈਂ ਪੜ੍ਹ ਕੇ ਤੇ ਆਪਣੀ ਬੁੱਕ ਸ਼ੈਲਫ ਵਿੱਚ ਰੱਖ ਛੱਡਾਂ। ਇਹਨੂੰ ਤੇ ਬਹੁਤ ਸਾਰੇ ਲੋਕਾਂ ਨੂੰ ਪੜ੍ਹਨਾ ਚਾਹੀਦਾ।
ਔਰ ਮੇਰੇ ਆਪਣੇ ਜਿੰਨੇ ਵੀ ਕਿਤਾਬ ਦੋਸਤ ਹੈ ਸਨ, ਮੈਂ ਉਹਨਾਂ ਸਾਰਿਆਂ ਨੂੰ, ਜਿਹੜੇ ਦੂਰ ਸਨ ਉਹਨਾਂ ਨੂੰ ਫੋਨ ਤੇ ਸੁਜੈਸਟ ਕੀਤਾ, ਜਿਨ੍ਹਾਂ ਨੂੰ ਮੈਂ ਪਹੁੰਚਾ ਸਕਦਾ ਸੀ ਉਹਨਾਂ ਨੂੰ ਮੈਂ ਬਾਈ ਹੈਂਡ ਜਾ ਕੇ ਦਿੱਤੀ, ਔਰ ਉਹਨਾਂ ਵੱਲੋਂ ਵੀ ਇਹੋ ਹੀ ਪਿਆਰ ਦਾ ਹੁੰਗਾਰਾ ਆਇਆ ਕਿ ਬਈ ਕਿਆ ਕਿਤਾਬ ਹੈ, ਬਈ ਇਹ ਪੜ੍ਹਦੇ ਹੋਇਆ ਜਿਹੜਾ ਨਾ ਬੰਦਾ ਗਵਾਚ ਜਾ। ਨਹੀਂ, ਇਹ ਬਿਲਕੁਲ ਇੱਕ ਇਨਸਾਨ ਦੀ ਕਹਾਣੀ ਹੈ ਨਾ, ਤੁਸੀਂ ਦੇਖੋ ਉਹਦੇ ਵਿੱਚ ਜਿਹੜਾ ਪੂਰਾ। ਔਰ ਮੈਂ ਇੱਥੇ ਡਾਕਟਰ ਸਾਹਿਬਾ ਤੁਹਾਡੇ ਕੋਲੋਂ ਇੱਕ ਸਵਾਲ ਜ਼ਰੂਰ ਪੁੱਛਾਂਗੀ, ਤੁਸੀਂ ਬੜਾ ਕਲੀਅਰ ਲਫ਼ਜ਼ਾਂ 'ਚ ਇਹਦਾ ਜਿਹੜਾ ਉਹ ਹੈ ਇੱਕ ਅੰਦਰ ਦੀ ਦੁਨੀਆ ਵਾਲਾ ਜਿਹੜਾ ਇਹਦਾ ਚੈਪਟਰ ਹੈ। ਹਾਂਜੀ ਹਾਂਜੀ ਬਿਲਕੁਲ, ਤੁਸੀਂ ਯਕੀਨ ਕਰੋ ਮੇਰੇ ਲੋਂਕੜਨੇ ਖਲੋ ਗਏ ਪੜ੍ਹ ਕੇ। ਉਹ ਮੈਂ ਇਮੇਜਿਨ ਕਰ ਸਕਦੀ ਸਾਂ ਕਿ ਇੱਕ ਛੋਟੀ ਬੱਚੀ, ਉਹਦੇ ਉੱਤੇ ਜਿਹੜੀ ਹਰਾਸਮੈਂਟ, ਜਿਹੜੀ ਸੈਕਸ਼ੂਅਲ ਹਰਾਸਮੈਂਟ ਜਿਹੜਾ ਉਹ ਫੀਲ ਹੈ, ਤੁਸੀਂ ਉਹਨੂੰ ਬੜੇ ਵਾਜ਼ੇ ਲਫ਼ਜ਼ਾਂ 'ਚ ਦੱਸਿਆ। ਮੈਂ ਸਮਝਦੀ ਹਾਂ ਇਹਦੇ ਵਾਸਤੇ ਵੀ ਤੁਸੀਂ ਬਹੁਤ ਤਹਿਸੀਨ ਦੇ ਕਾਬਿਲ ਹੋ ਕਿ ਤੁਸੀਂ ਉਹ ਕੰਮ ਜਿਹੜਾ ਦੁਨੀਆ ਦੇ ਵਿੱਚ ਔਰ ਸਾਡੇ ਮੁਆਸ਼ਰਿਆਂ 'ਚ ਬਹੁਤ ਹੁੰਦਾ ਪਿਆ, ਇਹ ਪੀਡੋਫੀਲੀਆ ਦਾ ਜਿਹੜਾ ਐਲੀਮੈਂਟ ਹੈ, ਇਹ ਬਹੁਤ ਪੂਰੀ ਇਸ ਅਰਥ ਪਲੈਨਟ ਤੇ ਬਹੁਤ ਕਾਮਨ ਹੈ, ਖਾਸ ਤੌਰ ਤੇ ਐਸੀਆਂ ਸੁਸਾਇਟੀਆਂ 'ਚ। ਡਾਕਟਰ ਸਾਹਿਬਾ ਅਸੀਂ ਤੇ ਇੰਗਲੈਂਡ 'ਚ ਰਹਿ ਰਹੇ ਹਾਂ ਨਾ, ਇੱਥੇ ਤੇ ਬੜੀਆਂ ਚੀਜ਼ਾਂ ਨੇ, ਕੋਈ ਕਹਿ ਕੇ ਵੇਖੇ, ਕੋਈ ਉਂਗਲੀ ਲਾ ਕੇ ਵੇਖੇ ਕਿਸੇ ਨੂੰ, ਅਗਲੇ ਕਿਤੇ ਕੀ ਹਿਸਾਬ ਕਿਤਾਬ ਹੋ ਜਾਂਦਾ। ਬਿਲਕੁਲ ਸਹੀ। ਲੇਕਿਨ ਇਹ ਕਿ ਜਿਹੜਾ ਸਾਡੇ ਚੜ੍ਹਦੇ ਲਹਿੰਦੇ ਪੰਜਾਬ ਦੇ ਸਾਡੇ ਜਿਹੜੇ ਮੁਲਕਾਂ ਦੇ ਜਿਹੜੇ ਮੁਆਸ਼ਰੇ ਆ, ਉੱਥੇ ਤੇ ਤੁਹਾਨੂੰ ਪਹਿਲੇ ਤੇ ਉਹ ਜਿਸ ਤਰ੍ਹਾਂ ਤੁਸੀਂ ਸਹਿਮੇ ਉਸ ਬੱਚੀ ਦੀ ਹੈ, ਉਹ ਬੱਚੀ ਦੀ ਮੈਂ ਕਹਿੰਦੀ ਹਾਂ ਕਮਾਲ ਦਾ। ਤੁਸੀਂ ਉਹਨੂੰ ਸਮਝ ਨਹੀਂ ਆ ਰਿਹਾ ਕਿ ਉਹਦੇ ਨਾਲ ਹੋ ਕੀ ਰਿਹਾ। ਮਾਸੂਮੀਅਤ ਜਿਹੜੀ ਹੈ ਨਾ, ਮਾਸੂਮੀਅਤ ਉਸ ਬੱਚੀ ਦੀ, ਇਹ ਤੁਹਾਨੂੰ ਉਹਦੇ ਵਿੱਚ ਦੋ ਗੱਲਾਂ ਕਤਾ ਕਲਾਮੀ ਮਾਫੀ ਚਾਹਾਂਗਾ, ਦੋ ਗੱਲਾਂ ਨਾ ਬੜੀਆਂ ਅਹਿਮ ਨੇ ਇਸ ਹਵਾਲੇ ਨਾਲ। ਇੱਕ ਤੇ ਉਹ ਵਾਕਿਆ ਜਿਹੜਾ ਬਿਆਨ ਕਰਨਾ ਹੈ, ਔਰ ਉਹਦੇ ਵਿੱਚ ਜਿਸ ਵੇਲੇ ਤੁਸੀਂ ਹੱਡ ਵਰਤੀ ਕਹਿ ਰਹੇ ਹੁੰਦੇ ਹੋ, ਤੇ ਹੱਡ ਵਰਤੀ ਦਾ ਪਹਿਲਾ ਜਿਹੜਾ ਸਾਰਿਆਂ ਨਾਲੋਂ ਵੱਡਾ ਅਸੂਲ ਹੁੰਦਾ ਹੈ ਕਿ ਫਿਰ ਤੁਸੀਂ ਵਾਕਈ ਆਪਣੇ ਹੱਡਾਂ ਦੀਆਂ ਗੱਲਾਂ ਹੀ ਕਰਨੀਆਂ ਹੁੰਦੀਆਂ, ਔਰ ਉਹ ਕਰਨ ਦਾ ਹੌਸਲਾ ਸਾਰਿਆਂ ਦੇ ਕੋਲ ਨਹੀਂ ਹੁੰਦਾ ਜੀ। ਸਾਰੇ ਹੀ ਇਸ ਤਰ੍ਹਾਂ ਦੇ ਕਿਸੇ ਨਾ ਕਿਸੇ ਬੁਰੇ ਤਜਰਬੇ ਦੇ ਵਿੱਚੋਂ ਗੁਜ਼ਰੇ ਜ਼ਰੂਰ ਹੁੰਦੇ ਨੇ, ਭਾਵੇਂ ਮੇਲ ਹੋਣ ਜਾਂ ਫੀਮੇਲ, ਲੇਕਿਨ ਉਹਨਾਂ ਨੂੰ ਇਸ ਤਰ੍ਹਾਂ ਬਿਆਨ ਕਰਨ ਦਾ ਹੌਸਲਾ ਜਿਹੜਾ ਨਾ ਉਹ ਸਾਰਿਆਂ ਦੇ ਵਿੱਚ ਨਹੀਂ ਹੁੰਦਾ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬਾਂ ਨੇ ਕੀਤਾ। ਔਰ ਦੂਸਰਾ ਫਿਰ ਇਹ ਕਿ ਸਾਨੂੰ ਉਹਦੇ ਨਾਲ ਇਹ ਵੀ ਪਤਾ ਲੱਗਾ ਕਿ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਨੇ ਉਹ ਸਾਡੇ ਆਮ ਰੂਟੀਨ ਦਾ ਹਿੱਸਾ ਨੇ, ਔਰ ਜਿਨ੍ਹਾਂ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ, ਔਰ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਇਹ ਚੀਜ਼ਾਂ ਸਮਝਾਉਣੀਆਂ ਚਾਹੀਦੀਆਂ ਨੇ, ਤਾਂ ਕਿ ਉਹ ਇਹੋ ਜਿਹੀਆਂ ਕਿਸੇ ਵੀ ਮਤਲਬ ਬੁਰੇ ਤਜਰਬੇ ਚੋਂ ਉਹ ਨਾ ਗੁਜ਼ਰਨ। ਇੱਕ ਤੇ ਇਹ ਗੱਲ ਸੀ। ਦੂਸਰਾ, ਜਿਸ ਤਰੀਕੇ ਨਾਲ ਫਿਰ ਇਹਨਾਂ ਨੇ ਉਸ ਵਾਕਿਏ ਨੂੰ ਬਿਆਨ ਕੀਤਾ, ਔਰ ਉਹਦੇ ਵਿੱਚ ਜਿਹੜਾ ਨਾ ਮਤਲਬ ਕਹਿ ਲਵੋ ਕਿ ਜਿਹਨੂੰ ਆਂਦੇ ਨੇ ਦਿਲ ਮੁੱਠ 'ਚ ਆ ਜਾਣਾ, ਇਸ ਤਰ੍ਹਾਂ ਦੀਆਂ ਫੀਲਿੰਗਸ। ਔਰ ਉਹਦੇ ਵਿੱਚ ਮਤਲਬ ਮੈਨੂੰ ਤੇ ਇਹੀ ਲੱਗਦਾ ਸੀ ਕਿ ਕਾਸ਼ ਸਾਰਿਆਂ ਬੱਚਿਆਂ ਨੂੰ ਇਸ ਵਾਕਿਏ ਨੂੰ ਕਿਸ ਐਸੇ ਤਰੀਕੇ ਨਾਲ ਬਿਆਨ ਕੀਤਾ ਜਾਏ ਕਿ ਜਿਹੜੇ ਇੰਜ ਦੇ ਵਾਕਿਆਤ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਸਕਣ ਜਾਂ ਉਹਨਾਂ ਨੂੰ ਰੋਕ ਸਕਣ ਆਪਣੀ ਜ਼ਿੰਦਗੀ ਵਿੱਚ ਆਉਣ ਤੋਂ। ਉਹਨਾਂ ਦੀ ਇਸ ਤਰੀਕੇ ਨਾਲ ਤਰਬੀਅਤ ਕੀਤੀ ਜਾਏ, ਉਹਨਾਂ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਜਾਏ, ਉਹਨਾਂ ਨੂੰ ਸਮਝਾਇਆ ਜਾਏ ਇਸ ਤਰੀਕੇ ਨਾਲ। ਇਹਨਾਂ ਨੇ ਫਿਰ ਜੀ ਬਿਲਕੁਲ ਉਹ ਕੀਤਾ ਹੈ। ਇਸੇ ਤਰ੍ਹਾਂ ਡਾਕਟਰ ਸਾਹਿਬਾ ਤੁਸੀਂ ਕਿੱਥੋਂ ਇੰਨਾ ਹੌਸਲਾ ਲਿਆਏ ਕਿ ਤੁਸੀਂ ਇੱਕ ਆਪਣਾ ਇਹ ਇੱਕ ਤਰ੍ਹਾਂ ਦਾ ਤੁਹਾਡਾ ਟਰਾਮਾ ਆਫ ਚਾਈਲਡਹੁੱਡ ਹੈ, ਉਹਦੇ ਨਾਲ ਤੁਸੀਂ ਫਿਰ ਤੁਹਾਨੂੰ ਦੇਖੋ ਇੱਕ ਹੋਰ ਟਰਾਮਾ ਤੁਹਾਡੀ ਜ਼ਿੰਦਗੀ 'ਚ ਆਉਂਦਾ ਹੈ ਜਦੋਂ ਤੁਸੀਂ ਮਾਂ ਦੇ ਪਤੀ ਬਣ ਜਾਂਦੇ ਹੋ। ਦੇਖੋ ਉਹ ਵਾਲਾ ਵੀ ਤੁਸੀਂ ਤੁਹਾਡਾ ਮੈਂ ਚੈਪਟਰ ਪੜ੍ਹਿਆ ਹੈ ਬਈ, ਉਹ ਤੇ ਅੱਜ ਦੀ ਦੁਨੀਆ ਦੇ ਵਿੱਚ ਨਾ ਹਰ ਔਰਤ ਦੀ ਕਹਾਣੀ, ਹਰ ਉਸ ਬੇਟੀ ਦੀ ਕਹਾਣੀ ਹੈ ਜਿਨ੍ਹਾਂ ਦੇ ਪਿਓ ਉਹਨਾਂ ਦੇ ਸਿਰਾਂ ਤੇ ਨਹੀਂ ਰਹਿੰਦੇ, ਹੈ ਨਾ। ਤੇ ਉਹ ਵੀ ਤੁਸੀਂ ਉਸੇ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਇਆ ਨਹੀਂ ਕਿ ਮੇਰੀ ਕੋਈ ਗੱਲ ਮੈਂ ਇੰਝ ਹੱਡ ਬੀਤੀ ਲਿਖੀ ਤੇ ਕੋਈ ਹਾਏ ਕਿਤੇ ਪੇਕਿਆਂ ਨੂੰ ਨਾ ਬੁਰੀ ਲੱਗ ਜੇ, ਹਾਏ ਕਿਸੇ ਹੋਰ ਨੂੰ ਨਾ ਬੁਰੀ ਲੱਗ ਜੇ, ਹਾਏ ਮਤਲਬ ਇਹ ਫੀਅਰਸ ਹੁੰਦੇ ਨੇ ਨਾ ਇਨਸਾਨ ਦੇ ਵਿੱਚ। ਹਾਂਜੀ ਬਿਲਕੁਲ ਬਿਲਕੁਲ ਹੁੰਦੇ ਨੇ, ਪਰ ਓਵਰਕਮ ਕੀਤਾ ਤੁਸੀਂ ਬੁਰੀ ਲੱਗਣ ਤੋਂ ਪਹਿਲਾਂ ਆਪਣੇ ਆਪ ਨੂੰ ਕਈ ਵਾਰੀ ਸੋਚਣਾ ਪੈਂਦਾ ਕਿ ਮੈਂ ਕਰਾਂ ਕਿ ਨਾ। ਹਾਂਜੀ ਸਹੀ।
ਤੇ ਉਹ ਕਿਸ ਇਹ ਤਰ੍ਹਾਂ? ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਹਿੰਮਤ ਹੈ ਨਾ, ਜਦੋਂ ਤੁਸੀਂ ਹੋਰ ਲਿਟਰੇਚਰ ਪੜ੍ਹਦੇ ਹੋ, ਜਦੋਂ ਤੁਸੀਂ ਮੰਟੋ ਦੀਆਂ ਕਹਾਣੀਆਂ ਪੜ੍ਹਦੇ ਹੋ, ਜਾਂ ਜਦੋਂ ਤੁਸੀਂ ਉਹਦੇ ਇਸਮਤ ਚੁਗਤਾਈ ਦੀਆਂ ਕਹਾਣੀਆਂ ਪੜ੍ਹਦੇ ਹੋ, ਤੇ ਜਿਸ ਬੇਬਾਕੀ ਦੇ ਨਾਲ ਉਹਨਾਂ ਨੇ ਸਮਾਜ ਦਾ ਜਿਹੜਾ ਪੂਰਾ ਨਕਸ਼ਾ, ਜਿਹੜਾ ਜੋ ਕੁਝ ਵੀ ਹੋ ਰਿਹਾ ਚਿੱਤਰਿਆ ਹੈ, ਤੇ ਉੱਥੋਂ ਤੁਹਾਨੂੰ ਇੱਕ ਇੰਸਪੀਰੇਸ਼ਨ ਮਿਲਦੀ ਹੈ ਕਿ ਉਹ ਜੇ ਸਮਾਜ ਦਾ ਇਸ ਤਰ੍ਹਾਂ ਸੱਚ ਜਿਹੜਾ ਹੈ ਉਹ ਸਾਹਮਣੇ ਲਿਆ ਸਕਦੇ ਨੇ। ਔਰ ਜੋ ਕੁਝ ਤੁਹਾਡੇ ਨਾਲ ਵਾਪਰਿਆ, ਜੇ ਫਰਜ਼ ਕਰੋ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਓਗੇ, ਹੋ ਸਕਦਾ ਉਹਦੇ ਵਿੱਚ ਤੁਹਾਡੀ ਹਿਊਮਿਲੀਏਸ਼ਨ ਤੁਸੀਂ ਫੀਲ ਕਰੋ, ਪਰ ਘੱਟੋ ਘੱਟ ਦੂਸਰੇ ਬੰਦੇ ਨੂੰ ਉਹਦੇ ਤੋਂ ਜੇਕਰ ਕੋਈ ਸਬਕ ਮਿਲ ਸਕਦਾ ਹੈ, ਤੇ ਮੈਂ ਸਮਝਦੀ ਹਾਂ ਕਿ ਇਹ ਕੁਰਬਾਨੀ ਜਿਹੜੀ ਹੈ ਉਹ ਫਿਰ ਕਰਨੀ ਪੈਂਦੀ ਹੈ। ਔਰ ਇਹ ਪਹਿਲੋਂ ਨਹੀਂ ਆਈ ਹਿੰਮਤ। ਤੁਸੀਂ ਦੇਖੋ ਨਾ, ਮੈਂ ਜ਼ਿੰਦਗੀ ਦੇ ਕਿਸ ਮੋੜ ਦੇ ਉੱਤੇ ਆ ਕੇ ਜਿਹੜੀ ਹੈ ਇਹ ਲਿਖੀ ਹੈ ਵਹੀ ਖਾਤਾ, ਤੇ ਉਸ ਵਕਤ ਕਿਉਂਕਿ ਤੁਸੀਂ ਲਿਟਰੇਚਰ ਦਾ ਜਿਹੜਾ ਸਾਰਾ ਸਫ਼ਰ ਪ੍ਰੋਸੈਸ ਜਿਹੜਾ ਹੈ, ਤੁਸੀਂ ਉਹਦੇ ਚੋਂ ਜਦੋਂ ਇਸ ਤਰ੍ਹਾਂ ਗੁਜ਼ਰ ਜਾਂਦੇ ਹੋ, ਤਾਂ ਫਿਰ ਤੁਹਾਡੇ ਵਾਸਤੇ ਐਕਸਪ੍ਰੈਸ ਕਰਨਾ, ਔਰ ਸੁਸਾਇਟੀ ਦੇ ਵਿੱਚ ਕਿਉਂਕਿ ਸੈਮੀਨਾਰਸ ਹੁੰਦੇ ਨੇ, ਕਾਨਫਰੰਸਿਸ, ਉੱਥੇ ਸਾਰੀਆਂ ਗੱਲਾਂ ਹੁੰਦੀਆਂ ਨੇ, ਤੇ ਉਹ ਫਿਰ ਤੁਹਾਨੂੰ ਉੱਥੋਂ ਸਾਰਾ ਹੌਸਲਾ ਮਿਲਦਾ ਰਹਿੰਦਾ ਹੈ। ਤੇ ਉਹ ਫਿਰ ਮੈਨੂੰ ਲੱਗਦਾ ਕਿ ਵੀ ਉਸ ਹੌਸਲੇ ਦੇ ਵਿੱਚੋਂ ਜਿਹੜੀ ਹੈ ਮੈਂ ਸੋਚਿਆ ਕਿ ਵੀ ਕਿਉਂਕਿ ਜਿਹੜਾ ਮੇਰੇ ਨਾਲ ਜੋ ਕੁਝ ਵਾਪਰਿਆ, ਸਾਡਾ ਜਿਹੜਾ ਮੁਆਸ਼ਰਾ ਸੀ, ਲਿਟਰੇਰੀ ਜਿਹੜਾ ਮੁਆਸ਼ਰਾ ਸੀ, ਉਹ ਸਾਰੇ ਜਾਣਦੇ ਸੀ। ਔਰ ਮਜ਼ੇ ਦੀ ਗੱਲ ਹੈ ਕਿ ਤੁਸੀਂ ਜਿਸ ਘਰ ਦੇ ਵਿੱਚ ਮੈਂ ਹੁਣ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਇਹ ਉਸ ਸ਼ਖਸ ਦੇ ਬੇਟੇ ਦਾ ਘਰ ਹੈ। ਮੈਂ ਇੱਥੇ ਬੈਠ ਕੇ ਕਰ ਰਹੀ ਹਾਂ ਕਿਉਂਕਿ ਮੇਰੀ ਲੜਾਈ ਜਿਹੜੀ ਹੈ ਕਿਸੇ ਮਰਦ ਨਾਲ ਖਾਸ ਪਾਰਟਿਕੂਲਰ ਲੜਾਈ ਨਹੀਂ ਹੈ। ਮੇਰੀ ਲੜਾਈ ਉਹਦੇ ਅੰਦਰ ਜਿਹੜੀ ਹੈਵਾਨੀਅਤ ਹੈ ਉਹਦੇ ਨਾਲ ਹੈ। ਔਰ ਫਿਰ ਜੇ ਉਸ ਮਰਦ ਨਾਲ ਤੇ ਉਹਦੇ ਬੱਚਿਆਂ ਦਾ ਕੀ ਕਸੂਰ ਹੈ? ਸੋ ਮੈਂ ਉਹਦੇ ਬੇਟੇ ਦੇ ਘਰ ਇਸ ਵਕਤ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਔਰ ਜੇ ਉਹ ਹੁਣੇ ਜੇ ਗੱਲ ਕਰਦੇ ਕਰਦੇ ਜੇ ਉਹ ਆ ਗਿਆ ਤੇ ਮੈਂ ਤੁਹਾਨੂੰ ਉਹਨਾਂ ਦੇ ਵੀ ਸਾਹਮਣੇ ਕਰਾਵਾਂਗੀ। ਉਹ ਗਏ ਹੋਏ ਨੇ ਦੋਨੋਂ, ਪਿਓ ਪੁੱਤਰ ਗਏ ਹੋਏ ਨੇ ਕਿਧਰੇ ਬਾਹਰ। ਤਾਂ ਇਹ ਮੇਰਾ ਇੱਕ ਆਪਣਾ ਹੈ ਕਿ ਮਰਦ ਦੀ ਜਿਹੜੀ ਇੱਕ ਵਨੀਤਾ ਦੀ ਮੈਨੂੰ ਇੱਕ ਕਵਿਤਾ ਯਾਦ ਕਹਿੰਦੀ ਹੈ ਕਿ ਮੇਰੀ ਜਿਹੜੀ ਜੰਗ ਹੈ ਉਹ ਮਰਦ ਨਾਲ ਨਹੀਂ, ਉਹਦੇ ਮੱਥੇ ਵਿੱਚ ਜਿਹੜਾ ਸੱਪ ਫੁੰਕਾਰੇ ਮਾਰ ਰਿਹਾ। ਬਿਲਕੁਲ ਬਿਲਕੁਲ ਬਿਲਕੁਲ। ਉਸ ਤਰ੍ਹਾਂ ਦੀ ਜੰਗ ਜਿਹੜੀ ਹੈ, ਔਰ ਉਸ ਤਰ੍ਹਾਂ ਵਿੱਚ ਤੁਸੀਂ ਨਿਕਲੇ ਹੋ ਸਕਦਾ ਹੈ ਮੈਂ ਇਹਦੇ ਵਿੱਚ ਕਮਜ਼ੋਰ ਵੀ ਹੋਈ ਹਾਂ। ਆਪਣੀ ਕਮਜ਼ੋਰੀ ਜਿਹੜੀ ਹੈ ਤੁਸੀਂ ਦੇਖੀ ਹੋਣੀ ਹੈ ਕਿ ਮੈਂ ਉਹ ਵੀ ਬਿਆਨ ਕੀਤੀ ਹੈ। ਔਰ ਇਹਦੇ ਵਾਸਤੇ ਮੈਨੂੰ ਜਿਹੜਾ ਚੜ੍ਹਦੇ ਪੰਜਾਬ ਦੇ ਵਿੱਚ ਕ੍ਰਿਟਿਸਿਜ਼ਮ ਵੀ ਸਹਿਣਾ ਪਿਆ। ਉਹਨਾਂ ਨੇ ਕਿਹਾ ਕਿ ਇਹ ਇੱਕ ਕਮਜ਼ੋਰ ਔਰਤ ਦੀ ਕਹਾਣੀ ਹੈ। ਪਰ ਮੈਂ ਸੋਚਦੀ ਹਾਂ ਕਿ ਉਹ ਜਿਹੜੇ ਫੈਮਿਨਿਸਟ ਪੁਆਇੰਟ ਆਫ ਵਿਊ ਤੋਂ ਸੋਚਦੇ ਨੇ, ਉਹਨਾਂ ਨੂੰ ਕਮਜ਼ੋਰ ਔਰਤ ਲੱਗਦੀ ਹੈ। ਮੇਰੇ ਜੇ ਖਿਆਲ 'ਚ ਹੈ, ਤੁਸੀਂ ਯਕੀਨ ਕਰੋ, ਤੁਹਾਡੇ ਨਾਲ ਖਾਸ ਤੌਰ ਤੇ ਇਹ ਸ਼ੋਅ ਕਰਨ ਦਾ ਅਸਲ ਮਕਸਦ ਇੰਨੀ ਤੁਸੀਂ ਬੋਲਡ ਗੱਲ ਕੀਤੀ ਹੈ। ਔਰ ਕਿਉਂਕਿ ਤੁਸੀਂ ਪਿੱਛੋਂ ਤੇ ਆਪਣੇ ਸਾਡੇ ਮੁਆਸ਼ਰੇ ਇੱਕੋ ਹੀ ਆ ਨਾ, ਉਹ ਪਾਕਿਸਤਾਨ ਦਾ ਹੋਏ ਜਾਂ ਭਾਰਤ ਦਾ, ਸਭ ਕੰਟੀਨੈਂਟ ਦਾ, ਸਾਊਥ ਏਸ਼ੀਆ ਦਾ ਜਿਹੜਾ। ਮੇਰੀ ਤਾਂ ਮਾਂ ਉੱਥੋਂ ਦੀ, ਗੁਜਰਾਂਵਾਲੇ ਦੀ ਮੇਰੀ ਮਾਂ, ਮੇਰਾ ਸ਼ੇਖੂਪੁਰੇ ਤੋਂ ਮੇਰਾ ਫਾਦਰ। ਹਾਂਜੀ, ਮੈਂ ਤਾਂ ਉੱਥੋਂ, ਮੇਰਾ ਜਿਹੜਾ ਡੀਐਨਏ ਪਿਆ, ਗੁਜਰਾਂਵਾਲੇ ਦੇ ਵਿੱਚ ਮੇਰਾ ਡੀਐਨਏ ਪਿਆ ਵੀ। ਅਸੀਂ ਇੱਕੋ ਹੀ, ਸਾਡੀ ਇੱਕੋ ਹੀ ਸਕਾਫਤ ਹੈ, ਇੱਕੋ ਹੀ ਸਾਰਾ ਕੁਝ, ਖਾਣ ਪੀਣ ਸਾਰਾ ਕੁਝ ਇੱਕੋ ਜਿਹਾ। ਬਿਲਕੁਲ। ਲੇਕਿਨ ਇਹ ਗੱਲ ਹੈ ਕਿ ਤੁਸੀਂ ਤੇ ਇੱਕ ਬਹੁਤ ਬਹਾਦਰ ਔਰਤ ਹੋ, ਇੱਕ ਬਹਾਦਰ ਲੇਖਕ ਹੋ। ਤੁਸੀਂ ਦੇਖੋ, ਇਹ ਆਪਣੇ ਪਹਿਲੇ ਤੇ ਆਪਣੇ ਫੀਅਰਸ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਕਹਿ ਰਹੇ ਸੀ, ਪਹਿਲੇ ਤੇ ਆਪਣੀਆਂ ਕਈ ਚੀਜ਼ਾਂ ਉਹਨੂੰ ਓਵਰਕਮ ਕਰਨਾ, ਇੱਕੋ ਬਹਾਦਰੀ। ਫਿਰ ਆਪਣੇ ਟਰਾਮਾਸ ਨੂੰ ਮਤਲਬ ਕਿ ਉਹਨੂੰ ਓਵਰਕਮ ਕਰਨਾ। ਉਹਦੇ ਬਾਅਦ ਫਿਰ ਜ਼ਿੰਦਗੀ ਦਾ ਇੱਕ ਪੂਰਾ ਜਰਨੀ। ਤੁਹਾਡਾ ਇੱਕ ਬੜਾ ਵੱਡਾ ਮੁਕਾਮ ਹੈ ਆਪਣੀ ਪੂਰੇ ਮਤਲਬ ਇੰਗਲੈਂਡ ਦੇ। ਹੁਣ ਤੇ ਖੈਰ ਮੇਰਾ ਆਪਣਾ ਸਭ ਦੇ ਨਾਲ ਹੈ ਤੇ ਅੰਦਾਜ਼ਾ ਹੁੰਦਾ ਹੈ ਕਿ ਤੁਸੀਂ ਇੱਕ ਜਿਸ ਤਰ੍ਹਾਂ ਬੰਦਾ ਕਹਿੰਦਾ ਕਦਾਵਰ ਸ਼ਖਸੀਅਤ ਹੋ। ਇਸ ਦੇ ਬਾਵਜੂਦ ਸਾਡੀ ਇੱਕ ਰਿਸਪੈਕਟ ਹੈ। ਮੇਰਾ ਖਿਆਲ ਹੈ ਕਿ ਜਿਹੜਾ ਤੁਸੀਂ ਬੁਲਬੁਲ ਹੈਮਟਨ ਦਾ ਜਿਹੜਾ ਤੁਸੀਂ ਪੂਰੀ ਦੀ ਪੂਰੀ ਲਿਖੀ ਹੈ, ਇਹ ਹਰ ਦੂਜੀ ਏਸ਼ੀਅਨ ਔਰਤ ਦੀ ਇੱਥੇ ਕਹਾਣੀ ਹੈ। ਤੁਸੀਂ ਹਰ ਔਰਤ ਨਹੀਂ ਲਿਖ ਪਾਉਂਦੀ। ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਡਾਕਟਰ ਸਾਹਿਬਾ ਕੋਲੋਂ ਕਿ ਜਿਹੜੀਆਂ ਇਹ ਆਵਾਜ਼ਾਂ ਤੁਸੀਂ ਦੱਸਿਆ ਕਿ ਆਈਆਂ ਕਿ ਇੱਕ ਕਮਜ਼ੋਰ ਔਰਤ ਦੀ ਕਹਾਣੀ ਹੈ, ਇਹ ਮੇਲ ਆਵਾਜ਼ਾਂ ਸਨ ਜਾਂ ਫੀਮੇਲ ਆਵਾਜ਼ਾਂ ਸਨ? ਇਹ ਫੀਮੇਲ ਆਵਾਜ਼ਾਂ ਸਨ ਜ਼ਿਆਦਾ। ਸੁਭਾਨ ਅੱਲਾਹ। ਹਾਂ, ਦੇਖੋ ਫਿਰ ਉਹਦੀ ਵਜ੍ਹਾ ਹੈ। ਉਹ ਬਾਜ਼ੂਕਾਤ ਇਹ ਵੀ ਹੁੰਦਾ ਜੇ ਕਿ ਨਾ ਫੀਮੇਲ ਹੋ ਸਕਦਾ ਜਿੰਨੀਆਂ ਇਹ ਕਿਤਾਬ ਮਤਲਬ ਬਹੁਤ ਸਾਰੀਆਂ ਇਹਦੇ ਵਿੱਚ ਐਸੀਆਂ ਚੀਜ਼ਾਂ ਨੇ, ਜਦੋਂ ਮੈਂ ਪੜ੍ਹੀ ਆ ਕਿਤਾਬ
ਤੇ ਮੈਂ ਕਿਹਾ ਇਹ ਤੇ ਹੱਡ ਬੀਤੀ ਡਾਕਟਰ ਦਵਿੰਦਰ ਕੌਰ ਦੀ ਨਹੀਂ, ਇਹ ਤੇ ਨਹੀਂ। ਐਸੀ ਤੇ ਮੇਰੀ ਆ। ਹਾਂ ਐਨਜੀਓ ਵਾਹ। ਫੀਮੇਲ ਜਿਹੜੀਆਂ ਜਿਨ੍ਹਾਂ ਚ ਇੰਨੀ ਕਰੇਜ ਨਹੀਂ ਕਿ ਉਹ ਆਪਣੀ ਗੱਲ ਕਰ ਸਕਣ, ਤੇ ਫਿਰ ਉਹਨਾਂ ਨੇ ਉਸ ਤਰੀਕੇ ਨਾਲ ਗੱਲ ਕਰਨ ਦਾ ਇੱਕ ਇਜ਼ਹਾਰ ਕਰਨ ਦਾ ਹੁੰਦਾ। ਅੱਛਾ ਡਾਕਟਰ ਸਾਹਿਬ, ਮੈਂ ਇਹ ਕਿਤਾਬ ਤੋਂ ਇਲਾਵਾ ਵੀ ਤੁਸੀਂ ਜਿਹੜਾ ਕੰਮ ਕੀਤਾ, ਮੈਂ ਜ਼ਰੂਰ ਤੁਹਾਡੇ ਕੋਲ ਪੁੱਛਣਾ ਚਾਹਾਂਗੀ ਕਿ ਤੁਸੀਂ ਆਲੋਚਨਾ ਦਾ ਬਹੁਤ ਕੰਮ ਕੀਤਾ, ਔਰ ਹੁਣ ਵੀ ਉਸ ਤੋਂ ਇਲਾਵਾ ਜਿਹੜਾ ਹੁਣ ਮਤਲਬ ਮੇਰਾ ਨਹੀਂ ਖਿਆਲ ਕੋਈ ਹਰ ਜਗ੍ਹਾ ਤੇ ਹੈ। ਪਿੱਛੇ ਜੇ ਵੀ ਸਾਡਾ ਇੱਕ ਫੰਕਸ਼ਨ ਹੋਇਆ ਸੀ ਸਾਹਿਤ ਸਭਾ ਸਾਹਿਤ ਕੇਂਦਰ ਦਾ, ਉੱਥੇ ਵੀ ਤੁਸੀਂ ਪੇਪਰ ਪੜ੍ਹਿਆ ਆਪਣੇ ਰਤੀਆ ਜੀ ਦੀ ਕਿਤਾਬ ਉੱਤੇ। ਹਾਂਜੀ, ਕੱਲ ਵੀ ਪੜ੍ਹਨਾ, ਮਹਿੰਦਰ ਧਾਲੀਵਾਲ ਦੀ ਕਿਤਾਬ ਤੇ ਵੀ ਪੜ੍ਹਨਾ ਕੱਲ। ਤੁਸੀਂ ਹੁਣ ਕੱਲ ਵੀ ਜਾ ਰਹੇ ਹੋ ਫੰਕਸ਼ਨ ਤੇ, ਮੈਂ ਉਹਦੇ ਵਾਸਤੇ ਮਾਜ਼ਰਤ ਕਰ ਲਿਆ, ਲੇਕਿਨ ਉੱਥੇ ਵੀ ਤੁਸੀਂ ਪੇਪਰ ਪੜ੍ਹਨਾ ਹੈ। ਤੇ ਇਹ ਜਿਹੜਾ ਪੇਪਰ ਪੜ੍ਹਨਾ ਔਰ ਸਾਰਾ ਇਹ ਤੁਹਾਨੂੰ ਆਪਣਾ ਜਰਨੀ, ਉਹਦੇ ਬਾਰੇ ਕੁਝ ਸਾਨੂੰ ਦੱਸੋ ਤਾਂ ਕਿ ਸਾਡੇ ਵਗਰੇ ਨਵੇਂ ਲੋਕ ਜਿਹੜੇ ਨੇ ਉਹ ਕੁਝ ਸਿੱਖ ਕਰ ਸਕਣ। ਹਾਂਜੀ, ਇਹ ਜਿਹੜਾ ਮੇਰਾ ਕ੍ਰਿਟਿਸਿਜ਼ਮ ਦਾ ਜਿਹੜਾ ਫੀਲਡ ਸੀ, ਇਹ ਮੈਂ ਉਦੋਂ ਉਹਦੇ ਵਿੱਚ ਜ਼ਿਆਦਾ ਐਕਟਿਵ ਹੋਈ ਜਦੋਂ ਮੈਂ PhD ਕਰਨ ਵਾਸਤੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਗਈ। ਤੇ ਮੈਨੂੰ ਡਾਕਟਰ ਹਰਭਜਨ ਸਿੰਘ ਸਾਡੇ ਉਸ ਵੇਲੇ ਜਿਹੜਾ ਸਾਡਾ ਮਾਡਰਨ ਇੰਡੀਅਨ ਲੈਂਗੁਏਜਸ ਦਾ ਜਿਹੜਾ ਡਿਪਾਰਟਮੈਂਟ ਸੀ ਉਹਦੇ ਹੈਡ ਸਨ, ਤੇ ਪਰ ਉਹ ਪੰਜਾਬੀ ਪੜ੍ਹਾਉਂਦੇ ਸਨ। ਐਮਏ ਮੈਂ ਉਹਨਾਂ ਕੋਲੋਂ ਕੀਤੀ, ਐਮਏ ਪੰਜਾਬੀ। ਤੇ ਪਰ PhD ਕਰਨ ਵਾਸਤੇ ਮੈਂ ਲੱਕੀ ਸੀ ਬੜੀ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਨੇ ਨਿਗਰਾਨ ਵੀ ਜਿਹੜੇ ਨੇ ਉਹੀ ਬਣੇ। ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਇੱਕ ਮੈਨੂੰ ਕੰਮ ਕਰਵਾਇਆ, ਜਿਸ ਤਰੀਕੇ ਨਾਲ ਮਿਹਨਤ ਕਰਵਾਈ, ਤੇ ਉਹਦੇ ਨਾਲ ਜਿਹੜਾ ਸੀ ਨਾ ਉਹ ਸਮੀਖਿਆ, ਆਲੋਚਨਾ, ਤਨਕੀਦ ਜਿਹਨੂੰ ਅਸੀਂ ਕਹਿੰਦੇ ਹਾਂ ਕ੍ਰਿਟਿਸਿਜ਼ਮ, ਉਹਦੇ ਨਾਲ ਮੇਰਾ ਇੱਕ ਲਗਾਵ ਪੈਦਾ ਹੋ ਗਿਆ। ਅੱਛਾ। ਤੇ ਉਹ ਫਿਰ ਇੱਕ ਨਵੇਂ ਤਰੀਕੇ ਦੇ ਨਾਲ, ਕਿਉਂਕਿ ਇੱਕ ਉਹ ਜਦੋਂ ਆਏ ਤਾਂ ਉਹ ਬੜੇ ਕੈਪੇਬਲ ਸਕਾਲਰ ਸਨ। ਅੱਜ ਵੀ ਸਾਡਾ ਪੰਜਾਬੀ ਵਰਡ ਜਿਹੜਾ ਉਹਨਾਂ ਨੂੰ ਪੂਜਦਾ ਹੈ, ਤੇ ਅੱਜ ਉਹ ਦੁਨੀਆ ਦੇ ਵਿੱਚ ਨਹੀਂ, ਪਰ ਅਸੀਂ ਅਜੇ ਵੀ ਉਹਨਾਂ ਨੂੰ ਅਸੀਂ ਬਹੁਤ ਸਤਿਕਾਰ ਔਰ ਪਿਆਰ ਦੇ ਨਾਲ ਯਾਦ ਕਰਦੇ ਹਾਂ। ਤੇ ਉਹਨਾਂ ਨੇ ਇੱਕ ਨਵੇਂ ਢੰਗ ਦੇ ਨਾਲ ਤੁਸੀਂ ਕਿਵੇਂ ਕਵਿਤਾ ਨੂੰ ਪੜ੍ਹਨਾ ਹੈ, ਔਰ ਟੈਕਸਟ ਓਰੀਐਂਟਿਡ ਜਿਹੜੀ ਸਟੱਡੀ ਹੈ ਨਾ, ਕਿ ਇਹ ਨਹੀਂ ਦੇਖਣਾ ਕਿ ਲੇਖਕ ਦਾ ਪਰਿਵਾਰ ਕਿਹੋ ਜਿਹਾ ਹੈ ਜਾਂ ਲੇਖਕ ਕਿੱਥੋਂ ਪੈਦਾ ਹੋਇਆ, ਨਹੀਂ, ਜਿਹੜੀ ਟੈਕਸਟ ਜਿਹੜੀ ਉਹਨੇ ਕ੍ਰੀਏਟ ਕੀਤੀ ਹੈ ਉਹ ਕੀ ਬੋਲ ਰਹੀ ਹੈ, ਉਸ ਤਰ੍ਹਾਂ ਦੀ ਜਿਹੜੀ ਸਾਡੀ ਇਨ ਡੈਪਥ ਸਟੱਡੀ ਸਾਡੀ ਹੈ ਉਹ ਕਰਵਾਈ ਡਾਕਟਰ ਹਰਭਜਨ ਸਿੰਘ ਨੇ। ਤੇ ਉੱਥੋਂ ਮੇਰੀ ਫਿਰ ਲਵਿੰਗ ਉਹ ਤੁਹਾਡਾ ਪੇਪਰ ਸੁਣਿਆ ਨਾ, ਤੇ ਮੈਂ ਬਿਲਕੁਲ ਮੈਂ ਉੱਥੇ ਸਟੇਜ ਤੇ ਵੀ ਆਖਿਆ ਸੀ ਕਿ ਗੋ ਕੇ ਮੈਂ ਗੁਰਮੁਖੀ ਦੀ ਉਹ ਨਹੀਂ ਸਾਂ ਪੜ੍ਹ ਸਕਦੀ, ਲੇਕਿਨ ਪੂਰਾ ਦਾ ਪੂਰਾ ਉਹ ਪੂਰਾ ਨਾਵਲ ਬਿਲਕੁਲ ਤੁਸੀਂ ਨਤਾਰਾ ਕਰਕੇ ਤੁਹਾਡੇ ਪੇਪਰ ਨੇ ਕਰ ਦਿੱਤਾ ਕਿ ਉਹਨੂੰ ਕਿਸ ਅੱਛੀ ਤਰ੍ਹਾਂ ਨਾਲ ਸਾਰਾ ਕੀਤਾ। ਲੋ ਜਨਾਬ, ਟਾਈਮ ਸਾਡੇ ਕੋਲ ਜਿਨ੍ਹਾਂ ਨੇ ਜ਼ਿੰਦਗੀ ਦਾ ਐਡਾ ਸੋਹਣਾ ਨਤਾਰਾ ਕੀਤਾ, ਉਹਨਾਂ ਵਾਸਤੇ ਨਾਵਲਾਂ ਦਾ ਨਤਾਰਾ ਕਰਨਾ ਕਿਹੜਾ ਔਖਾ ਕੰਮ ਹੈ। ਡਾਕਟਰ ਸਾਹਿਬ, ਇਹ ਦੱਸੋ ਕੋਈ ਫਿਊਚਰ ਦਾ ਪਲਾਨ? ਇਹ ਕਿਤਾਬਾਂ ਤੇ ਬਹੁਤ ਸਾਰੀਆਂ ਤੁਹਾਡੀਆਂ, ਅੱਗੇ ਫਿਊਚਰ ਕਿਹੜਾ ਤੁਹਾਡਾ ਪਲਾਨ ਹੈ ਜਿਹੜਾ ਅਸੀਂ ਇੰਤਜ਼ਾਰ ਕਰੀਏ 2023 ਚ? 2023 ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਇੱਥੇ ਇੱਕ ਪ੍ਰੋਜੈਕਟ ਮੈਨੂੰ ਮਿਲਿਆ ਸੀ ਕਿ ਇੱਥੋਂ ਦੀਆਂ ਜਿਹੜੀਆਂ ਬ੍ਰਿਟਿਸ਼ ਪੰਜਾਬੀ ਵਿਮਨ ਰਾਈਟਰਸ ਨੇ, ਉਹਨਾਂ ਦਾ ਪੂਰਾ ਲਿਟਰੇਚਰ ਲੈ ਕੇ ਤੇ ਮੈਂ ਉਹਨਾਂ ਦੀ ਸਟੱਡੀ ਜਿਹੜੀ ਹੈ ਉਹ ਪੇਸ਼ ਕੀਤੀ ਹੈ। ਤੇ ਉਹ ਮੈਂ ਹੁਣ ਜਦੋਂ ਇੰਡੀਆ ਗਈ ਸੀ ਤੇ ਉਹ ਪ੍ਰੋਜੈਕਟ ਸਬਮਿਟ ਕਰਕੇ ਆਈ ਹਾਂ, ਤੇ ਮੈਨੂੰ ਇਹ ਆਸ਼ਵਾਸਨ ਦਿਵਾਇਆ ਗਿਆ ਕਿ ਮੈਂ 2 ਮਹੀਨੇ ਦੇ ਅੰਦਰ ਅੰਦਰ ਉਹ ਕਿਤਾਬ ਜਿਹੜੀ ਹੈ ਉਹ ਆ ਜਾਏਗੀ। ਤੇ ਵੈਸੇ ਮੇਰੀ ਇੱਕ ਪੋਇਟਰੀ ਦੀ ਕਿਤਾਬ ਜਿਹੜੀ ਹੈ ਉਹ ਅੱਜ ਕੱਲ ਇੱਕ ਨਵੀਂ ਆਈ ਹੈ, ਕਿਤਾਬ ਬੋਲਦੀ ਹੈ। ਅਰੇ ਵਾਹ ਵਾਹ। ਕਿਤਾਬ ਬੋਲਦੀ ਹੈ। ਔਰ ਇੱਕ ਕਿਤਾਬ ਜਿਹੜੀ ਹੈ ਉਹ ਔਰਤਨਾਮਾ ਜਿਹੜੀ ਹੈ ਮੇਰੀ ਆਈ ਹੈ, ਇਹ ਵੀ ਮਤਲਬ ਪ੍ਰੋਜ਼ ਦੀ ਕਿਤਾਬ ਹੈ। ਔਰ ਇਹਦੇ ਵਿੱਚ ਜਿਹੜੀ ਏਸ਼ੀਅਨ ਔਰਤ ਹੈ, ਕਿਵੇਂ ਮੁੱਢਲੇ ਕਾਲ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਉਹਦੀਆਂ ਪ੍ਰੋਬਲਮਸ ਆਈਆਂ ਨੇ, ਉਹ ਸਾਰਾ ਉਹਨੂੰ ਲੈ ਕੇ ਜਿਹੜਾ ਨਾ ਇਹਦੇ ਵਿੱਚ ਡਿਸਕਸ ਕੀਤਾ ਗਿਆ। ਡਾਕਟਰ ਸਾਹਿਬ, ਅਸੀਂ ਲੁੱਕ ਫਾਰਵਰਡ ਕਰਾਂਗੇ ਤੁਹਾਡੀਆਂ ਮਤਲਬ ਇਹਨਾਂ ਨੂੰ ਪੜ੍ਹਨ ਦਾ ਵੀ, ਔਰ ਅਸੀਂ ਤੁਹਾਨੂੰ ਫੇਰ ਵੀ ਜ਼ਹਿਮਤ ਆਂਗੇ, ਪਰ ਤੁਹਾਨੂੰ ਮੈਂ ਜਾਣ ਨਹੀਂ ਦੇਣਾ ਉਦੋਂ ਉਸ ਤੋਂ ਬਗੈਰ ਕਿ ਜਦੋਂ ਤੱਕ ਅਸੀਂ ਤੁਹਾਡੀ ਸ਼ਾਇਰੀ ਨਾ ਸੁਣ ਲਈਏ। ਤੁਸੀਂ ਜ਼ਰਾ ਕਿਉਂ ਡਾਕਟਰ ਜੀ ਜ਼ਰੂਰ ਸੁਣੀਏ ਨਾ ਜੀ ਸਰ। ਜੀ ਬਿਸਮਿਲ੍ਲਾ ਕਰੋ ਜੀ। ਤੁਸੀਂ ਉਹਦੇ ਕਵਿਤਾ ਵਾਸਤੇ ਕਹਿ ਰਹੇ ਹੋ? ਹਾਂਜੀ, ਕਵਿਤਾ ਵਾਸਤੇ ਕਹਿ ਰਹੇ। ਹਾਂਜੀ। ਤੇ ਮੈਂ ਨਾ ਪਹਿਲੇ ਹੀ ਤੁਹਾਡੀ ਜਿਹੜੀ ਕਿਤਾਬ ਦਾ ਨਾਮ ਹੈਗਾ ਕਵਿਤਾ ਬੋਲਦੀ ਹੈ, ਹਾਂਜੀ, ਮੈਂ ਉਸੇ ਕਵਿਤਾ ਨੂੰ ਤੁਹਾਡੇ ਸਾਹਮਣੇ, ਕਿਤਾਬ ਬੋਲਦੀ ਹੈ। ਕਿਤਾਬ ਬੋਲਦੀ ਹੈ, ਬਿਸਮਿਲ੍ਲਾ ਜੀ। ਇਹ ਹੈਗੇ ਜੀ, ਕਿਤਾਬ ਬੋਲਦੀ ਹੈ, ਹੌਲੇ ਹੌਲੇ ਤੁਹਾਡਾ ਜ਼ਿਹਨ ਫਰੋਲਦੀ ਹੈ। ਵਾਹ ਵਾਹ। ਉਦਾਸੀ ਭਰੇ ਪਲਾਂ ਵਿੱਚ ਤੁਹਾਡਾ ਸਾਥ ਟੋਲਦੀ ਹੈ। ਸ਼ੈਲਫ ਤੇ ਪਈ ਕਿਤਾਬ ਬੇਚੈਨ ਹੈ। ਸ਼ੈਲਫ ਤੇ ਪਈ ਕਿਤਾਬ ਬੇਚੈਨ ਹੈ, ਤੁਹਾਡੇ ਹੱਥਾਂ ਦੀਆਂ ਉਂਗਲਾਂ ਦੀ ਛੋਹ ਲਈ। ਵਾਹ ਵਾਹ।
ਵਾਹ ਤੇ ਜਾਨ ਪਈ ਸ਼ੈਲਫ ਤੇ ਕਿਤਾਬ, ਅੱਖਰਾਂ ਦੀ ਲੋ ਸਾਂਭੀ, ਚਿਰਾਂ ਤੋਂ ਤੁਹਾਨੂੰ ਉਡੀਕਦੀ ਹੈ, ਕਰਦੀ ਹੈ ਲੰਮੀ ਇੰਤਜ਼ਾਰ। ਵਧਾ ਲਿਆ ਮੈਂ ਆਪਣਾ ਹੱਥ, ਖਿੱਚ ਲਈ ਸ਼ੈਲਫ 'ਚ ਤੜਪਦੀ ਕਿਤਾਬ। ਵਾਹ ਵਾਹ ਵਾਹ, ਬਹੁਤ ਵਧਾ ਵਾਹ, ਲਿਆ ਵਾਹ, ਮੈਂ ਆਪਣਾ ਹੱਥ, ਖਿੱਚ ਲਈ ਸ਼ੈਲਫ 'ਚ ਤੜਪਦੀ ਕਿਤਾਬ। ਰੱਖ ਆਪਣੀ ਝੋਲ ਵਿੱਚ ਨਜ਼ਰਾਂ ਟਿਕਾ, ਮਿਲ ਪਈ ਧੜਕਨ ਕਿਤਾਬ 'ਚ ਤੜਪਦੇ ਅੱਖਰਾਂ ਨੂੰ। ਬੋਲ ਪਈ ਕਿਤਾਬ ਤੇ ਮਿਲ ਗਿਆ ਮੇਰੀ ਉਦਾਸੀ ਨੂੰ ਅਜਬ ਅਹਿਸਾਸ। ਵਾਹ, ਵਾਹ, ਬਹੁਤ ਅੱਛੇ ਵਾਹ, ਡਾਕਟਰ, ਵਾਹ, ਬਹੁਤ ਵਾਹ, ਅੱਛੇ, ਵਾਹ, ਵਾਹ। ਬਹੁਤ 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 ਅੱਛੇ। ਡਾਕਟਰ ਗੁਰਤੇਜ ਜੀ, ਸਾਡੇ ਕੋਲ ਟਾਈਮ ਘੱਟ ਹੈ, ਤੁਸੀਂ ਕੁਝ ਪੁੱਛਣਾ ਚਾਹੋ, ਕੋਈ ਖਾਸ ਗੱਲ ਬਹੀ ਖਾਤੇ ਦੇ ਹਵਾਲੇ ਨਾਲ ਜਾਂ ਇਸ ਡਾਕਟਰ ਸਾਹਿਬਾ ਦੇ ਕਵਿਤਾ ਔਰ ਦੂਜੀਆਂ ਕਿਤਾਬਾਂ ਬਾਰੇ ਕੁਝ ਕਹਿਣਾ ਚਾਹੋ ਤੇ ਜੀ ਮਾਈਕ ਤੁਹਾਡੇ ਹੱਥ 'ਚ। ਹਾਂ, ਮੈਂ 2-3 ਗੱਲਾਂ ਸਿਰਫ ਇਹਨਾਂ ਦੇ ਬਈ ਖਾਤੇ ਦੇ ਹਵਾਲੇ ਨਾਲ ਹੀ ਕਰਨਾ ਚਾਹਾਂਗਾ, ਕਿਉਂਕਿ ਬਾਕੀ ਕਿਤਾਬਾਂ ਇਹਨਾਂ ਦੀਆਂ ਮੈਂ ਪੜ੍ਹ ਨਹੀਂ ਸਕਿਆ। ਜੀ। ਮੈਂ ਜ਼ਿੰਦਗੀ ਦੇ ਵਿੱਚ ਨਾ 2 ਮੇਰੇ ਸ਼ਾਦੀ ਦੇ ਤਜਰਬੇ ਰਹੇ ਔਰ ਦੋਵੇਂ ਨਾਕਾਮ ਰਹੇ। ਅੱਛਾ। ਓਹੋ। ਇਸ ਵੇਲੇ ਮੈਂ ਬਈ ਖਾਤਾ ਪੜ੍ਹਦਾ ਸਾਂ ਨਾ, ਓਹ। ਤੇ ਮੈਂ ਬਈ ਖਾਤੇ ਦੇ ਵਿੱਚ ਆਪਣੇ ਆਪ ਨੂੰ ਉੱਥੇ ਰੱਖ ਕੇ ਵੇਖਦਾ ਸਾਂ ਕਿ ਕਿਆ ਮੈਂ ਐਵੇਂ ਦਾ ਤੇ ਨਹੀਂ। ਹਾਂ। ਤੇ ਮੈਨੂੰ ਉਹਦੇ ਵਿੱਚ ਜਿਹੜਾ ਨਾ ਉਹ ਆਪਣੇ ਵੱਲੋਂ ਮੁਸਬਤ ਜਵਾਬ ਮਿਲਿਆ ਕਿ ਨਹੀਂ, ਮੈਂ ਇੰਜ ਦਾ ਨਹੀਂ ਸਾਂ। ਇਸ ਗੱਲ ਨੇ ਵੀ ਮੈਨੂੰ ਜਿਹੜਾ ਨਾ ਬਈ ਖਾਤੇ ਦੀ ਇਹ ਦੇਣ ਹੈ, ਮੈਂ ਉਹਦਾ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੈਨੂੰ ਕਮ ਸੇ ਕਮ ਆਪਣੇ ਆਪ ਨੂੰ ਜਾਣਨ ਦਾ ਜਿਹੜਾ ਨਾ ਉਹ ਵਾਲ ਦੱਸਿਆ। ਬਹੁਤ ਵਧੀਆ ਗੱਲ ਜੀ, ਬਹੁਤ ਬਹੁਤ ਦੂਸਰਾ, ਇੰਪੋਰਟੈਂਟ ਗੱਲ। ਹਾਂਜੀ। ਹਾਂ, ਦੂਸਰੀ ਗੱਲ ਕਿ ਜੋ ਇਹਨਾਂ ਨੇ ਬਰਦਾਸ਼ਤ ਕੀਤਾ, ਜੋ ਜਰਿਆ ਜਿਹੜਾ ਦੁੱਖ, ਉਹਦੇ ਵਿੱਚ ਇਹਨਾਂ ਨੇ ਇੱਕ ਹੁੰਦਾ ਹੈ ਸਾਡੇ ਅੰਦਰ ਨਾ ਬਦਲਾ, ਉਹ ਹੋ ਸਕਦਾ ਇਹਨਾਂ ਦੇ ਅੰਦਰ ਨਾ ਹੋਏ, ਲੇਕਿਨ ਮੈਂ ਪਰਸਨਲੀ ਫੀਲ ਕਰਨਾ ਕਿ ਬਦਲਾ ਲੈਣ ਦੇ ਬਹੁਤ ਸਾਰੇ ਸਟਾਈਲ ਵੀ ਹੁੰਦੇ ਨੇ। ਤੇ ਇਹਨਾਂ ਨੇ ਜਿਸ ਤਰੀਕੇ ਨਾਲ ਉਹ ਲਿਖ ਕੇ ਉਹਨਾਂ ਨੂੰ ਵਿਲਨ ਬਣਾਇਆ ਛੜਿਆ ਔਰ ਆਪ ਹੀ ਹੀਰੋਇਨ ਬਣੇ ਨੇ। ਇੱਕ ਇਹ ਗੱਲ ਜਿਹੜੀ ਹੈ ਨਾ, ਇਹ ਬੜੀ ਖੂਬਸੂਰਤ ਹੈ ਇਸ ਹਵਾਲੇ ਨਾਲ ਕਿ ਇੱਕ ਰਾਈਟਰ ਜਿਹੜਾ ਨਾ ਉਹਦੇ ਕੋਲ ਹੀ ਇਹ ਪਾਵਰ ਹੁੰਦੀ ਹੈ ਕਿ ਉਹ ਆਪਣੀ ਗੱਲ ਦੱਸਦਾ ਜਿਹੜਾ ਨਾ ਅਗਲੇ ਨੂੰ ਜਿਹੜਾ ਨਾ ਉਹ ਮਤਲਬ ਜ਼ੀਰੋ ਕਰਕੇ ਰੱਖ ਜਾਂਦਾ। ਫਿਰ ਇਸ ਗੱਲ ਦੀ, ਇਸ ਕਿਤਾਬ ਦੀ ਸਾਰਿਆਂ ਨਾਲੋਂ ਵੱਡੀ ਖੂਬੀ, ਅਸੀਂ ਜਿਹੜੇ ਆਪਣਾ ਇਹਨਾਂ ਇੰਡੀਅਨ ਪੰਜਾਬ ਦੇ ਵਿੱਚ ਜਿਹੜੇ ਰਾਈਟਰ ਜਿਹੜੀ ਲੈਂਗੁਏਜ ਲਿਖਦੇ ਨੇ ਨਾ, ਉਹ ਅੱਜ ਕੱਲ ਜਿਹੜੀ ਲਿਖ ਰਹੇ ਨੇ, ਉਹਨਾਂ ਨੂੰ ਸਾਨੂੰ ਇੱਕ ਜੁਮਲੇ ਦੇ ਵਿੱਚੋਂ ਕਿੰਨੇ ਲਫ਼ਜ਼ ਐਸੇ ਹੁੰਦੇ ਨੇ ਜਿਹੜੇ ਸਾਡੇ ਵਾਸਤੇ ਅਨਫੈਮੀਲੀਅਰ ਹੁੰਦੇ ਨੇ, ਉਹ ਸੰਸਕ੍ਰਿਤ ਦੇ ਹੁੰਦੇ ਨੇ, ਉਹ ਹਿੰਦੀ ਦੇ ਹੁੰਦੇ ਨੇ, ਜਿਹੜੇ ਕਿ ਸਾਡੇ ਬੋਲਚਾਲ 'ਚ ਆਮ ਪੰਜਾਬੀ ਦੀ ਬੋਲਚਾਲ ਦੇ ਲਫ਼ਜ਼ ਨਹੀਂ ਹੁੰਦੇ। ਬਈ ਖਾਤਾ ਜਿਹੜੀ ਹੈ ਉਹਨੂੰ ਪੜ੍ਹਦੇ ਆ, ਕਿਤੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਕਿਸੇ ਇੰਡੀਅਨ ਰਾਈਟਰ ਨੂੰ ਪੜ੍ਹ ਰਿਹਾ। ਔਰ ਉਹ ਜ਼ੁਬਾਨ ਇਤਨੀ ਰਵਾਂ, ਇਤਨੀ ਸੋਹਣੀ ਔਰ ਇਤਨੀ ਸਰਲ ਸੀ ਕਿ ਸਵਾਦ ਆ। ਫਿਰ ਇੱਕ ਗੱਲ, ਉਹ ਫਿਲਮ ਜਿਹੜੀ ਸੀ ਨਾ 3 Idiots, ਉਹਦੇ ਵਿੱਚ ਉਹ ਆਮਰ ਖਾਨ ਉਹਨੂੰ ਪੁੱਛਦਾ ਕਰੀਨਾ ਨੂੰ ਕਿ तुम्हारी माँ बहुत खूबसूरत रही होंगी। ਉਹ ਆਂਦੀ ਹੈ ਤੈਨੂੰ ਕਿਸ ਤਰ੍ਹਾਂ ਪਤਾ ਹੈ? ਉਹ ਆਂਦਾ ਬਈ ਆਪਣੇ ਅੱਬੇ ਨੂੰ ਵੇਖ ਲੈ, ਨਹੀਂ ਤੇ ਫਿਰ। ਤੇ ਇਹ ਜਿਹੜੀ ਬਈ ਖਾਤਾ ਇਹਦੇ ਵਿੱਚ ਮੈਂ ਕਹਿ ਸਕਦਾ ਵਾਂ ਕਿ ਇਹਨਾਂ ਦੀ ਮਾਂ ਬਹੁਤ ਬਹਾਦਰ ਔਰਤ ਸੀ, ਜਿਹਦੇ ਕੋਲੋਂ ਇਹਨਾਂ ਨੇ ਇਹ ਸਾਰਾ ਹੌਸਲਾ ਲਿਆ ਔਰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਕੜਤਨਾਂ, ਬਹੁਤ ਸਾਰੇ ਦੁੱਖ ਔਰ ਉਹਨਾਂ ਨੂੰ ਜਰਨ ਦਾ ਔਰ ਉਹਨਾਂ ਨੂੰ ਮੈਨੇਜ ਕਰਨ ਦਾ ਜਿਹੜਾ ਗੁਰ ਸਿੱਖਿਆ, ਉਹ ਲਾਜ਼ਮੀ ਇਹਨਾਂ ਦੀ ਮਾਂ ਕੋਲੋਂ ਇਹਨਾਂ ਦੇ ਜੀਨਸ ਵਿੱਚ ਵੀ ਆਇਆ ਔਰ ਇਹਨਾਂ ਨੇ ਆਪਣੀ ਮਾਂ ਦੇ ਵਰਤਾਰੇ ਤੋਂ ਵੀ ਸਿੱਖਿਆ ਹੋਣਾ ਹੈ, ਮੇਰਾ ਅੰਦਾਜ਼ਾ ਹੈ। ਬਿਲਕੁਲ ਬਿਲਕੁਲ, ਤੁਹਾਡੇ ਅੰਦਾਜ਼ੇ ਨੂੰ ਜੀ ਮੈਂ ਸੈਕਿੰਡ ਕਰਾਂਗੀ, ਕਨਫਰਮ ਕਰਾਂਗੀ। ਆਈ ਵਿਸ਼ ਕਿ ਸਾਡੇ ਬਹੁਤ ਸਾਰੇ ਔਰ ਜਾਣ ਦਾ ਇਤਫਾਕ ਹੋਏ ਡਾਕਟਰ ਦਵਿੰਦਰ ਕੌਰ ਜੀ ਨੂੰ ਜਲਦੀ ਪਾਕਿਸਤਾਨ ਔਰ ਗੁਜਰਾਂਵਾਲਾ ਵੀ ਆਪਣੀ ਉਹ ਜਗ੍ਹਾ ਵੀ ਦੇਖਣ ਜਿੱਥੇ ਰਹਿ ਕੇ ਆਏ ਨੇ। ਬਹੁਤ ਬਹੁਤ ਚਿਰਾਂ ਤੋਂ ਖਾਹਿਸ਼ ਹੈ। ਹਾਂ, ਗੁਜਰਾਂਵਾਲਾ ਸਾਡੇ ਕੋਲੋਂ ਜੀ ਬਿਲਕੁਲ ਨਜ਼ਦੀਕ ਹੈ ਔਰ ਬਹੁਤ ਸਾਰੇ ਦੋਸਤ ਉੱਥੇ ਵਸਦੇ ਨੇ। ਇਹ ਤਸ਼ਰੀਫ ਲਿਆਉਣ, ਅਸੀਂ ਇਹਨਾਂ ਨੂੰ ਜੀਆਂ ਨੂੰ ਆਖਾਂਗੇ ਔਰ ਇਹ ਜਿੱਥੇ ਜਿੱਥੇ ਆਖਣਗੇ, ਜੋ ਆਖਣਗੇ, ਅਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। लो जनाब, मजा आ गया। थैंक यू सो मच डॉक्टर वसीम गिरदेसी जी। और बहुत शुक्रिया गिम्मी टीवी ਦਾ ਤੁਹਾਡਾ ਬਹੁਤ ਸ਼ੁਕਰੀਆ ਔਰ ਮੇਰੀ ਇਹ ਬੜੀ ਵੱਡੀ ਖਾਹਿਸ਼ ਜਿਹੜੀ ਸੀ ਤੁਸੀਂ ਪੂਰੀ ਕੀਤੀ ਹੈ। ਡਾਕਟਰ ਸਾਹਿਬ ਦੇ ਸਾਹਮਣੇ ਬਹਿ ਕੇ ਮੈਂ ਗੱਲਾਂ ਕੀਤੀਆਂ ਨੇ, ਧੰਨ ਭਾਗ ਮੇਰੇ, ਬਹੁਤ ਸ਼ੁਕਰੀਆ ਤੁਹਾਡਾ। और डॉक्टर साहब मैं ਤੁਹਾਡੀ ਵੀ ਬਹੁਤ ਸ਼ੁਕਰਗੁਜ਼ਾਰ ਹੂੰ। ਦਿਲ ਤੇ ਕਰਦਾ ਤੁਹਾਡੇ ਨਾਲ ਕਿ ਬਈ ਗੱਲਾਂ ਕਰਦੇ ਹੀ ਜਾਈਏ। ਜ਼ਰਾ ਥੋੜਾ ਜਿਹਾ ਸ਼ੋਅ ਦੇ ਟਾਈਮ ਦੀ ਜ਼ਰਾ ਹੁੰਦੀ ਹੈ, ਲੇਕਿਨ ਜੋ ਗੱਲ ਡਾਕਟਰ ਵਸੀਮ ਗਿਰਦੇਸੀ ਨੇ ਕਹੀ ਕਿ ਤੁਸੀਂ ਇੱਕ ਬਹਾਦਰ ਮਾਂ ਦੀ ਔਰ ਇੱਕ ਸੈਂਸਿਟਿਵ ਮਾਂ ਦੀ, ਮੈਂ ਕਹਿੰਦੀ ਹਾਂ
ਇਹਦੇ ਚ ਕੋਈ ਸ਼ੱਕ ਨਹੀਂ ਜੀ, ਕਿਉਂਕਿ ਮੈਂ ਤੇ ਇਨ ਪਰਸਨ ਮਿਲਣੀ ਹੈ ਔਰ ਦਿਲ ਚਾਹੁੰਦਾ ਕਿ ਜਿਹੜੀ ਮਹਿਫਲ ਚ ਹੋਈਏ ਉੱਥੇ ਬੈਠੀਏ, ਗੱਲਾਂ ਕਰੀਏ ਔਰ ਇੰਨਾ ਕੁਝ ਸਿੱਖਦਾ ਬੰਦਾ, ਕਿਉਂਕਿ ਜਿਹੜੀ ਬਹਾਦਰੀ ਨਾਲ, ਜਿਹੜੇ ਸੱਚ ਨਾਲ ਇਹ ਸਭਾ ਸਾਹਤ ਨਾਲ ਜੁੜੇ ਨੇ, ਉਸੇ ਸੱਚ ਦੀ ਸਾਨੂੰ ਲੋੜ ਆ। ਤੇ ਡਾਕਟਰ ਸਾਹਿਬ ਆਖਰੀ 30 ਸੈਕਿੰਡ ਤੁਹਾਡੇ ਹੱਥ 'ਚ ਮਾਈਕ ਹੈ। ਮੈਂ ਚਾਹਾਂਗੀ ਕਿ ਮੈਂ ਦੱਸਾਂ ਸਾਰੇ ਆਪਣੇ ਸੁਣਨ ਵਾਲੇ ਵੇਖਣ ਵਾਲਿਆਂ ਨੂੰ, ਬਹੀ ਖਾਤਾ ਇਹ ਜਨਾਬ ਗੁਰਮੁਖੀ 'ਚ ਵੀ ਹੈ, ਇਹ ਸ਼ਾਹਮੁਖੀ 'ਚ ਵੀ ਹੈ, ਤੇ ਲਹਿੰਦੇ ਹਿੰਦੀ ਵਿੱਚ ਵੀ ਹੈ, ਹਿੰਦੀ ਵਿੱਚ ਵੀ ਹੈ, ਔਰ ਉਰਦੂ ਦੇ ਵਿੱਚ ਵੀ ਟ੍ਰਾਂਸਲੇਟ ਹੋ ਚੁੱਕੀ ਹੈ। ਤੇ ਉਹ ਉੱਥੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਜ਼ਾਹਿਦ ਹੁਸੈਨ ਹੋਰੀ ਛਾਪ ਰਹੇ ਨੇ ਇਹਨਾਂ ਨੂੰ। ਅੱਛਾ ਅੱਛਾ ਅੱਛਾ, ਜ਼ਾਹਿਦ ਹਸਨ ਸਾਹਿਬ, ਜ਼ਾਹਿਦ ਹਸਨ ਕਾਜ਼ਮੀ, ਹਾਂਜੀ ਹਾਂਜੀ, ਜ਼ਾਹਿਦ ਹਸਨ ਕਾਜ਼ਮੀ। ਅੱਛਾ ਹਾਂਜੀ, ਉਹ ਛਾਪ ਰਹੇ। ਇੱਕ ਗੱਲ ਮੈਂ ਡਾਕਟਰ ਸਾਹਿਬਾਂ ਨੂੰ ਦੱਸਣੀ ਚਾਹਾਂਗਾ ਕਿ ਮੈਨੂੰ ਡਰਾਇੰਗ ਦਾ ਵੀ ਬੜਾ ਸ਼ੌਕ ਹੈ, ਤੇ ਮੈਂ ਬਈ ਖਾਤਾ ਦਾ ਟਾਈਟਲ ਆਪਣੇ ਹੱਥ ਨਾਲ ਪੈਨਸਲ ਨਾਲ ਬਣਾ ਕੇ ਨਾ ਤੇ ਪਿੰਡ ਆਪਣੇ ਕਮਰੇ ਦੇ ਵਿੱਚ ਵੀ ਲਾਇਆ ਹੋਇਆ। ਵਾਹ, ਕੀ ਬਾਤ ਹੈ। ਅਕਸਰ ਦੇਖ ਲਓ ਫਿਰ